ਇਹ ਆਮ ਹੀ ਸੁਣਨ ਦੇ ਵਿੱਚ ਆਉਂਦਾ ਕਿ ਫਲਾਣੇ ਉੱਪਰ ਵੀ ਝੂਠਾ ਪਰਚਾ ਪਾਇਆ ਗਿਆ, ਫਲਾਣੇ ਉੱਪਰ ਵੀ ਝੂਠਾ ਪਰਚਾ ਪਾਇਆ ਗਿਆ। ਝੂਠੇ ਪਰਚੇ ਪਾਉਣ ਦੀ ਕਹਾਣੀ ਕਿਸ ਤਰੀਕੇ ਦੇ ਨਾਲ ਹੁੰਦੀ ਹੈ, ਕਿਵੇਂ ਝੂਠਾ ਪਰਚਾ ਪਾਇਆ ਜਾਂਦਾ ਹੈ, ਕਿਸ ਤਰੀਕੇ ਦੇ ਨਾਲ ਫਿਰ ਉਹ ਪਰਿਵਾਰ ਜਾਂ ਉਹ ਵਿਅਕਤੀ ਜਿਸ ਦੇ ਉੱਪਰ ਝੂਠਾ ਪਰਚਾ ਹੁੰਦਾ ਹੈ ਉਹ ਸਾਰਾ ਤਸ਼ੱਦਦ ਉਹਦੇ ਉੱਪਰ ਢਾਇਆ ਜਾਂਦਾ ਹੈ, ਉਹਦੇ ਤੇ ਕੀ ਬੀਤਦੀ ਹੈ, ਸਮਾਜ 'ਚ ਉਹਦੀ ਜਿਹੜੀ ਹੈ ਕਦਰ ਕੀਮਤ ਕਿਵੇਂ ਘਟਦੀ ਹੈ, ਉਸ ਵਿਅਕਤੀ ਦੀ ਕਿਵੇਂ ਉਹਦੇ ਮਾਣ ਸਨਮਾਨ ਨੂੰ ਠੇਸ ਪਹੁੰਚਦੀ ਹੈ। ਮੇਰਾ ਜੋ ਪੁਲਿਸ ਦਾ ਰਿਕਾਰਡ ਜੋ ਮੇਰੇ ਤੇ ਝੂਠਾ ਕੇਸ ਇਸ ਥਾਣੇਦਾਰ ਨੇ ਪਾਇਆ ਉਹਦੇ ਵਿੱਚ ਉਹ ਆਪਣੇ ਆਪ ਨੂੰ ਲਿਖਤੀ ਰੂਪ ਦੇ ਵਿੱਚ ਇਹ ਲਿਖਦਾ ਮਨ SI SHO PS ਸਿਟੀ ਜਗਰਾਉਂ। ਠੀਕ ਹੈ। ਤਰੀਕ ਪਾਉਂਦਾ ਵਾ 22/7/2005 ਤੋਂ ਸ਼ੁਰੂ ਕਰਦਾ ਹੋਊਗਾ, ਜਦੋਂ ਕਿ 2004-05 ਦੇ ਵਿੱਚ ਇਹ ਥਾਣਾ ਹੈ ਹੀ ਨਹੀਂ ਸੀਗਾ। ਮੈਂ ਪਹਿਲਾਂ ਤੋਂ ਹੀ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਕੰਮ ਕਰਦਾ ਆ ਰਿਹਾ ਸੀਗਾ। ਇਹ ਥਾਣੇਦਾਰ ਇੱਥੇ ਅਤਿਆਚਾਰੀ ਕੰਮ ਕਰਦਾ ਸੀਗਾ, ਬਹੁਤ ਸਾਰੀਆਂ ਸ਼ਿਕਾਇਤਾਂ ਇਹਦੇ ਖਿਲਾਫ ਸੀਗੀਆਂ। ਉਹਨਾਂ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਹੀ ਮੈਂ ਉਹਦੀਆਂ ਅੱਖਾਂ ਦੇ ਵਿੱਚ ਰੜਕਣ ਲੱਗਿਆ ਤਾਂ ਉਹਨੇ ਇਸ ਜਿਹੜੇ ਸਾਡੇ ਪਰਿਵਾਰ ਦੇ ਹੀ ਜਿਹੜੇ ਸੁਸਾਈਡ ਦੇ ਕੇਸ ਨੂੰ 302 ਦੇ ਵਿੱਚ ਕਨਵਰਟ ਕੀਤਾ ਫਰਜ਼ੀ ਤੌਰ ਤੇ। ਪੰਜਾਬ ਦੇ ਥਾਣੇ ਤੇ ਪੰਜਾਬ ਦੇ ਜਿੰਨੇ CIA ਸਟਾਫ ਹੈ ਬੁੱਚੜਖਾਨੇ ਨੇ। ਇੱਥੇ ਕਰੰਟ ਲਾਇਆ ਜਾਂਦਾ ਵਾ, ਲੱਤਾਂ ਪਾੜੀਆਂ ਜਾਂਦੀਆਂ ਵਾ, 3rd ਡਿਗਰੀ ਟੌਰਚਰ ਕੀਤਾ ਜਾਂਦਾ ਵਾ। ਅਕਸਰ ਹੀ ਜਿਵੇਂ ਪੁਲਿਸ ਕਰਦੀ ਆ ਕਿ ਉਹ ਗ੍ਰਿਫਤਾਰ ਬੰਦੇ ਨੂੰ ਨਜਾਇਜ਼ ਹਿਰਾਸਤ ਵਿੱਚ ਪਹਿਲਾਂ ਰੱਖਦੀ ਆ, ਹੁਣ ਵੀ ਐਵੇਂ ਕਰਦੇ ਆ, ਬੰਦੇ ਨੂੰ ਚੱਕ ਪਹਿਲਾਂ ਲੈਂਦੇ ਆ, ਪਰ ਮਨਮਰਜ਼ੀ ਦੇ ਨਾਲ ਇੱਕ ਡੇਟ ਨੂੰ ਉਹ ਪੇਸ਼ ਕਰਦੇ ਆ ਬਾਅਦ ਵਿੱਚ। 28/3/2014 ਨੂੰ ਮੈਂ ਬਰੀ ਹੁੰਨਾ ਵਾਂ, ਜਾਣੀ ਕਿ ਲਗਭਗ 10 ਸਾਲਾਂ ਬਾਅਦ। 10 ਸਾਲ ਇਹ ਝੂਠਾ ਜਿਹੜੀ 22 ਤਰੀਕ ਦੇ ਵਿੱਚ ਹੀ ਮੇਰੇ ਤੇ ਮੁਕੱਦਮਾ ਚੱਲਦਾ ਰਿਹਾ। ਬਿਲਕੁਲ ਹੀ ਜਣ ਦੀ ਗ੍ਰਿਫਤਾਰ ਮੈਂ ਇੱਕ ਦਿਨ ਪਹਿਲਾਂ ਉਹਨਾਂ ਕੋਲੇ ਦਿਖਾਤਾ, ਦੂਜੇ ਦਿਨ ਤੇ 2 ਫਰਜ਼ੀ ਗਵਾਹ ਬਣਾ ਲਏ। ਤਾਂ ਦੀ ਡੈਥ 1994 ਚ ਹੋ ਗਈ ਤੇ ਪੁਲਿਸ ਬਿਆਨ ਲੈ ਰਹੀ ਹੈ, ਉਹਨਾਂ ਦੇ ਮਤਲਬ ਲਿਖ ਰਹੀ ਹੈ ਕਿ ਉਹ 2005 ਦੇ ਵਿੱਚ ਘਰੇ ਮਿਲੇ, ਜਿੰਦਾ ਮਿਲੇ। ਮਤਲਬ ਪੰਜਾਬ ਪੁਲਿਸ ਇਸ ਹੱਦ ਤੱਕ ਵੀ ਟੱਪ ਗਈ ਹੈ ਕਿ ਉਹ ਜੇ ਅਸੀਂ ਯਮਲੋਕ ਕਹੀਏ ਜਾਂ ਜਿੱਥੇ ਅਸੀਂ ਕਹਿ ਲਈਏ ਕਿ ਧਰਮਰਾਜ ਕੋਲ ਸਵਰਗ ਜਾਂ ਨਰਕ ਜਿੱਥੇ ਵੀ ਉਹ ਬੈਠੇ ਆ ਉੱਥੋਂ ਸੱਦ ਕੇ ਵੀ ਸਾਈਨ ਕਰਵਾ ਲੈਂਦੀ ਹੈ। ਸੱਦ ਕੇ ਉਹ ਘਰੇ ਉਹਨਾਂ ਨੂੰ ਮਿਲਦੇ ਆ, ਇੱਕ ਵਾਰੀ ਨਹੀਂ 4-5 ਵਾਰੀ ਮਿਲੇ। ਤੁਹਾਨੂੰ ਨਹੀਂ ਮਿਲਦੇ ਤੁਹਾਡੇ ਪਿਤਾ ਜੀ, ਕਿਉਂਕਿ 94 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ, ਪਰ ਪੁਲਿਸ ਨੂੰ ਮਿਲ ਜਾਂਦੇ। ਪੁਲਿਸ ਨੂੰ ਮਿਲਦੇ ਆ ਤਾਂ ਸਿੱਟੇ ਵਜੋਂ ਫਿਰ ਇਸ ਥਾਣੇਦਾਰ ਗੁਰਿੰਦਰ ਸਿੰਘ ਬੱਲ ਨੇ ਉੱਥੇ ਲਿਖਤੀ ਮਾਫੀ ਮੰਗ ਲਈ। ਇਹ ਮਾਫੀਨਾਮਾ ਤੁਸੀਂ ਆ ਦੇਖ ਰਹੇ ਹੋ ਵੀ ਇਹ ਮਾਫੀ ਮੰਗ ਕੇ ਫਿਰ ਉਹਨੇ ਆਪਣਾ ਖੜਾ ਛਡਾ ਲਿਆ। ਕਹਿਣ ਦਾ ਮਤਲਬ ਵੀ ਇਹ ਸਾਰਾ ਕੁਝ A ਤੋਂ Z ਤੱਕ ਫਰਜ਼ੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ TV ਤੇ ਮੈਂ ਮਨਿੰਦਰਜੀਤ ਸਿੱਧੂ। ਅਸੀਂ ਪੰਜਾਬ ਪੁਲਿਸ ਦੇ ਚਰਚੇ ਹਰ ਰੋਜ਼ ਸੁਣਦੇ ਹਾਂ। ਅਸੀਂ ਦੇਖਦੇ ਹਾਂ ਕਿ ਕਿਵੇਂ ਪੰਜਾਬ ਪੁਲਿਸ ਦੇ ਕਈ ਅਫਸਰ ਝੂਠੇ ਪਰਚੇ ਪਾ ਕੇ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ। ਇਹ ਆਮ ਹੀ ਸੁਣਨ ਦੇ ਵਿੱਚ ਆਉਂਦਾ ਕਿ ਫਲਾਣੇ ਉੱਪਰ ਵੀ ਝੂਠਾ ਪਰਚਾ ਪਾਇਆ ਗਿਆ, ਫਲਾਣੇ ਉੱਪਰ ਵੀ ਝੂਠਾ ਪਰਚਾ ਪਾਇਆ ਗਿਆ। ਝੂਠੇ ਪਰਚੇ ਪਾਉਣ ਦੀ ਕਹਾਣੀ ਕਿਸ ਤਰੀਕੇ ਦੇ ਨਾਲ ਹੁੰਦੀ ਹੈ, ਕਿਵੇਂ ਝੂਠਾ ਪਰਚਾ ਪਾਇਆ ਜਾਂਦਾ ਹੈ, ਕਿਸ ਤਰੀਕੇ ਦੇ ਨਾਲ ਫਿਰ ਉਹ ਪਰਿਵਾਰ ਜਾਂ ਉਹ ਵਿਅਕਤੀ ਜਿਸ ਦੇ ਉੱਪਰ ਝੂਠਾ ਪਰਚਾ ਹੁੰਦਾ ਹੈ ਉਹ ਸਾਰਾ ਤਸ਼ੱਦਦ ਉਹਦੇ ਉੱਪਰ ਢਾਇਆ ਜਾਂਦਾ ਹੈ, ਉਹਦੇ ਤੇ ਕੀ ਬੀਤਦੀ ਹੈ, ਸਮਾਜ 'ਚ ਉਹਦੀ ਜਿਹੜੀ ਹੈ ਕਦਰ ਕੀਮਤ ਕਿਵੇਂ ਘਟਦੀ ਹੈ, ਉਸ ਵਿਅਕਤੀ ਦੀ ਕਿਵੇਂ ਉਹਦੇ ਮਾਣ ਸਨਮਾਨ ਨੂੰ ਠੇਸ ਪਹੁੰਚਦੀ ਹੈ। ਇਹ ਸਭ ਤੇ ਚਰਚਾ ਕਰਨ ਲਈ ਸਾਡੇ ਕੋਲ ਇੱਕ ਅਜਿਹੇ ਵਿਅਕਤੀ ਨੇ ਜਿਨ੍ਹਾਂ ਦੇ ਇਹ ਸਾਰਾ ਸੰਤਾਪ ਹੰਢਾਇਆ ਹੋਇਆ ਹੈ, ਜਿਨ੍ਹਾਂ ਦੇ ਉੱਪਰ 302 ਦਾ ਝੂਠਾ ਮੁਕੱਦਮਾ ਉਸ ਜਿਹੜੇ ਵਕਤ ਦੇ SHO ਨੇ ਦਾਇਰ ਕਰ ਦਿੱਤਾ ਸੀ। ਉਹਨਾਂ ਨੇ ਕੁਝ ਵੀ ਨਹੀਂ ਕੀਤਾ ਸੀ, ਬਾਇਜ਼ਤ ਬਰੀ ਹੋ ਕੇ ਆਏ ਆ ਅਦਾਲਤ ਦੇ ਵਿੱਚੋਂ, ਪਰ 3 ਸਾਲ ਜੇਲ੍ਹ ਦੇ ਵਿੱਚ ਕੱਟੇ। ਪੂਰੇ ਪਰਿਵਾਰ ਨੇ ਸੰਤਾਪ ਹੰਢਾਇਆ। ਅੱਜ ਵੀ ਪਰਿਵਾਰ ਉਹ ਪੀੜ ਨੂੰ ਭੁੱਲ ਨਹੀਂ ਰਿਹਾ ਜੋ ਇਹਨਾਂ ਦੇ ਪਰਿਵਾਰ ਨਾਲ ਉਸ ਪੁਲਿਸ ਅਫਸਰ ਨੇ ਕੀਤੀ ਹੈ। ਅਸੀਂ ਜਾਣਕਾਰੀ ਲਵਾਂਗੇ ਕਿ ਕਿਹੜਾ ਪੁਲਿਸ ਅਧਿਕਾਰੀ ਸੀ, ਇਸ ਵਕਤ ਕਿੱਥੇ ਆ, ਕੀ ਤੁਹਾਡੇ ਉੱਪਰ ਜਿਹੜਾ ਤਸ਼ੱਦਦ ਢੱਕ ਗਿਆ ਉਸ ਤੋਂ ਬਾਅਦ ਉਹਦੀ ਨੌਕਰੀ ਤੋਂ ਉਹਨੂੰ ਬਰਖਾਸਤ ਕੀਤਾ ਜਾਂ ਅੱਜ ਵੀ ਉਹ ਕੁਰਸੀ ਦਾ ਆਨੰਦ ਮਾਣ ਰਿਹਾ। ਕਿਹੜੀਆਂ ਜਿਹੜੀਆਂ ਝੂਠੀਆਂ ਤੁਸੀਂ ਗੱਲਾਂ ਫੜੀਆਂ ਉਸ ਜਿਹੜੀ ਪਰਚਾ ਦਰਜ ਕੀਤਾ ਉਸਨੇ, ਉਹ ਸਾਰੇ ਦੀ ਜਾਣਕਾਰੀ ਲੈਣੀ ਹੈ। ਬਾਈ ਸਵਾਗਤ ਹੈ ਤੁਹਾਡਾ ਲੋਕ ਆਵਾਜ਼ TV ਤੇ। ਆਪਣਾ ਨਾਮ ਵੀ ਦੱਸ ਦਿਓ ਸਾਡੇ ਦਰਸ਼ਕਾਂ ਨੂੰ, ਪਿੰਡ ਦੱਸ ਦਿਓ, ਸਾਰੀ ਆਪਾਂ ਘਟਨਾਬਾਜ਼ ਸ਼ੁਰੂ ਕਰਾਂਗੇ। ਧੰਨਵਾਦ ਜੀ ਤੁਹਾਡਾ। ਮੇਰਾ ਨਾਮ ਇਕਬਾਲ ਸਿੰਘ, ਪਿੰਡ ਰਸੂਲਪੁਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ, ਅਤੇ ਮੈਂ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਾ ਜਨਰਲ ਸਕੱਤਰ ਇਸ ਟਾਈਮ। ਤੁਹਾਡੇ ਉੱਪਰ 302 ਦਾ ਝੂਠਾ ਪਰਚਾ ਦਰਜ ਕੀਤਾ ਗਿਆ ਸੀ। ਕੌਣ ਪੁਲਿਸ ਅਫਸਰ ਸੀ ਉਸ ਮੌਕੇ,
ਕਿਉਂ ਤੁਹਾਡੇ ਉੱਪਰ ਝੂਠਾ ਪਰਚਾ ਦਰਜ ਕੀਤਾ ਗਿਆ ਸੀ, ਕਿਹੜੀ ਘਟਨਾ ਬਣੀ, ਉਹ ਸਾਰੀ ਚਾਨਣਾ ਪਾਓ। 2004-05 ਦੇ ਵਿੱਚ ਇੱਥੇ ਥਾਣਾ ਸਿਟੀ ਜਗਰਾਉਂ ਦਾ ਉਹ ਆਪਣੇ ਆਪ ਨੂੰ SHO ਕਹਾਉਂਦਾ ਸੀ, ਗੁਰਿੰਦਰ ਸਿੰਘ ਬੱਲ। ਜਦੋਂ ਕਿ ਰਿਕਾਰਡ ਦੇ ਮੁਤਾਬਕ ਨਾ ਉਹ SHO ਲੱਗਣ ਦੀ ਕਾਬਲੀਅਤ ਜਾਣੀ ਦੀ ਐਲੀਜੀਬਿਲਟੀ ਸੀ ਉਹਦੇ ਕੋਲੇ, ਤੇ ਨਾ ਹੀ ਥਾਣਾ ਸਿਟੀ ਜਗਰਾਉਂ ਹੋਂਦ ਵਿੱਚ ਸੀ ਜਾਣੀ ਦੀ ਰਿਕਾਰਡ ਦੇ ਮੁਤਾਬਕ। ਪਰ 2 ਨੰਬਰ ਦੇ ਵਿੱਚ ਸਾਰਾ ਕੁਝ ਐਗਜ਼ਿਸਟ ਕਰਦਾ ਸੀਗਾ, ਕਿਉਂਕਿ ਪੰਜਾਬ ਦਾ ਜਿਹੜਾ ਕਾਲਾ ਦੌਰ ਪਿਛਲਾ ਲੰਘਿਆ, ਅਸੀਂ ਸੁਣਦੇ ਆ ਰਹੇ ਹਾਂ ਕਿ ਉਸ ਕਾਲੇ ਦੌਰ ਦੇ ਵਿੱਚ ਬਹੁਤ ਸਾਰੇ ਜਿਹੜੇ 2 ਨੰਬਰ ਦੇ ਥਾਣੇ ਕੰਮ ਕਰਦੇ ਸੀਗੇ, ਉਹਨਾਂ ਦੇ ਵਿੱਚੋਂ ਇੱਕ ਇਹ ਵੀ ਥਾਣਾ ਸੀਗਾ। ਉਸ ਥਾਣੇ ਦਾ ਉਹ ਆਪਣੇ ਆਪ ਨੂੰ SHO ਕਹਾਉਂਦਾ ਸੀ। ਮੇਰਾ ਜੋ ਪੁਲਿਸ ਦਾ ਰਿਕਾਰਡ ਜੋ ਮੇਰੇ ਤੇ ਝੂਠਾ ਕੇਸ ਇਸ ਥਾਣੇਦਾਰ ਨੇ ਪਾਇਆ, ਉਹਦੇ ਵਿੱਚ ਉਹ ਆਪਣੇ ਆਪ ਨੂੰ ਲਿਖਤੀ ਰੂਪ ਦੇ ਵਿੱਚ ਇਹ ਲਿਖਦਾ, ਮਨ SI SHO PS ਸਿਟੀ ਜਗਰਾਉਂ। ਠੀਕ ਹੈ। ਤਰੀਕ ਪਾਉਂਦਾ ਵਾ 22/7/2005 ਤੋਂ ਸ਼ੁਰੂ ਕਰਦਾ ਉਹ ਗੱਲ, ਜਦੋਂ ਕਿ 2004-05 ਦੇ ਵਿੱਚ ਇਹ ਥਾਣਾ ਹੈ ਹੀ ਨਹੀਂ ਸੀਗਾ, ਤੇ ਨਾ ਹੀ ਉਹ SHO ਸੀ। ਰਿਕਾਰਡ ਦੇ ਮੁਤਾਬਕ ਉਹ ਇੱਕ ASI ਸੀ, ਤੇ ASI ਕਹਿੰਦਾ ਆਪਣੇ ਆਪ ਨੂੰ SHO ਸੀ। ਦੂਜੇ ਪਾਸੇ ਥਾਣਾ ਸਿਟੀ 2010 ਦੇ ਵਿੱਚ ਬਣਿਆ ਨੋਟੀਫਿਕੇਸ਼ਨ, ਜਿਹੜਾ ਪੰਜਾਬ ਦੇ ਗ੍ਰਹਿ ਵਿਭਾਗ ਦਾ ਹੋਇਆ, ਮੇਰੇ ਕੋਲੇ RTI ਦੇ ਵਿੱਚ ਰਿਕਾਰਡ ਆ, ਤੁਸੀਂ ਦੇਖ ਲਓ। ਤੇ ਇਹ 2010 ਦੇ ਵਿੱਚ ਬਣਿਆ। ਹੁਣ ਤੁਹਾਡਾ ਦੂਜਾ ਸਵਾਲ ਕਿ ਵੀ ਮੇਰੇ ਨਾਲ ਉਹਨੇ ਇਸ ਤਰ੍ਹਾਂ ਕਿਉਂ ਕੀਤਾ। ਮੈਂ ਪਹਿਲਾਂ ਤੋਂ ਹੀ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਕੰਮ ਕਰਦਾ ਆ ਰਿਹਾ ਸੀਗਾ। ਇਹ ਥਾਣੇਦਾਰ ਇੱਥੇ ਅਤਿਆਚਾਰੀ ਕੰਮ ਕਰਦਾ ਸੀਗਾ, ਬਹੁਤ ਸਾਰੀਆਂ ਸ਼ਿਕਾਇਤਾਂ ਇਹਦੇ ਖਿਲਾਫ ਸੀਗੀਆਂ। ਸਾਡੇ ਕੋਲੇ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸੀਗੀਆਂ। ਜਗਰਾਉਂ ਦੇ ਵਿੱਚ ਉਹ 1.5-2 ਸਾਲ ਜਿੰਨਾ ਵੀ ਰਿਹਾ, ਉਹਨੇ ਇੱਥੇ ਬਹੁਤ ਅਤਿਆਚਾਰ ਕੀਤੇ ਆ। ਇੱਥੇ ਰਹਿ ਕੇ ਉਹਨੇ ਅੰਨੀ ਜਾਇਦਾਦ ਬਣਾਈ ਆ, ਔਰ ਬਹੁਤ ਸਾਰੇ ਜਾਇਜ਼ ਨਜਾਇਜ਼ ਕੰਮ ਕੀਤੇ ਆ, ਇੱਥੋਂ ਤੱਕ ਕਿ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਧੀਆਂ ਭੈਣਾਂ ਦੇ ਨਾਲ ਵੀ ਉਹਨੇ ਅਤਿਆਚਾਰ ਕੀਤੇ ਆ। ਸਾਡੇ ਕੋਲੇ ਸਬੂਤ ਨੇ ਇਸ ਗੱਲ ਦੇ, ਸਮਾਂ ਆਉਣ 'ਤੇ ਕਦੇ ਉਹ ਉਜਾਗਰ ਕਰਾਂਗੇ। ਉਹਨਾਂ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਹੀ ਮੈਂ ਉਹਦੀਆਂ ਅੱਖਾਂ ਦੇ ਵਿੱਚ ਰੜਕਣ ਲੱਗਿਆ, ਤਾਂ ਉਹਨੇ ਇਸ ਜਿਹੜੇ ਸਾਡੇ ਪਰਿਵਾਰ ਦੇ ਹੀ ਜਿਹੜੇ ਸੂਸਾਈਡ ਦੇ ਕੇਸ ਨੂੰ 302 ਦੇ ਵਿੱਚ ਕਨਵਰਟ ਕੀਤਾ ਫਰਜ਼ੀ ਤੌਰ 'ਤੇ। ਹਾਂਜੀ, ਉਹਦੇ ਵਿੱਚ ਇਹਨੇ ਕਿਸ ਢੰਗ ਦੇ ਨਾਲ ਜਿਹੜਾ ਉਹ ਸਟੋਰੀ ਬਣਾ ਕੇ ਕਰਦਾ ਵਾ ਕਿ 21/7 ਨੂੰ ਮੈਨੂੰ ਜਿਹੜੀ ਇੱਥੋਂ ਦੀ ਸਾਡੇ ਪਿੰਡ ਰਸੂਲਪੁਰ ਦੀ ਗ੍ਰਾਮ ਪੰਚਾਇਤ ਦੇ ਮੈਂਬਰ ਆ, ਉਹ ਮਤਲਬ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵਾਂ, ਉਹ ਮਤਲਬ 21 ਤਰੀਕ ਨੂੰ ਮੈਨੂੰ ਉਹ ਪੇਸ਼ ਕਰਦੇ ਆ। 21 ਤਰੀਕ ਨੂੰ ਆ ਦੇਖੋ, ਆ ਇੰਟੈਲੀਜੈਂਸ ਦੀ ਰਿਪੋਰਟ ਆ, ਉਪ ਪੁਲਿਸ ਕਪਤਾਨ ਖੁਫੀਆ ਵਿਭਾਗ ਲੁਧਿਆਣਾ। ਇਹ ਇੱਕ ਗੁਪਤ ਰਿਪੋਰਟ ਸੀਗੀ, ਕੋਈ ਲਿਖਿਆ ਗੁਪਤ ਰਿਪੋਰਟ, ਇੱਥੇ ਲਿਖਿਆ ਹੋਇਆ ਗੁਪਤ ਰਿਪੋਰਟ। ਇਹ ਗੁਪਤ ਰਿਪੋਰਟ 17/10/2006 ਦੀ ਆ। ਇਸ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਹੋਇਆ ਕਿ ਪੜਤਾਲ ਤੋਂ ਇਹ ਪਾਇਆ ਗਿਆ ਕਿ ਪਿੰਡ ਰਸੂਲਪੁਰ ਦੇ 5-6 ਵਿਅਕਤੀ ਮੋਹਤਬਰ ਵਿਅਕਤੀਆਂ ਵੱਲੋਂ ਸ਼ਿਕਾਇਤਕਰਤਾ ਇਕਬਾਲ ਸਿੰਘ ਪੁੱਤਰ ਮਲਕੀਤ ਸਿੰਘ ਨੂੰ 21/7/2005 ਨੂੰ ਦਿਨ ਦੇ 2 ਵਜੇ SHO ਗੁਰਿੰਦਰ ਸਿੰਘ ਦੇ ਪੇਸ਼ ਕੀਤਾ। ਇਹ ਇੰਟੈਲੀਜੈਂਸ ਦੀ ਰਿਪੋਰਟ ਆ। ਆਹ ਗੁਰਿੰਦਰ ਸਿੰਘ ਬੱਲ ਦਾ ਆਪ ਦਾ ਨਿੱਜੀ ਬਿਆਨ ਆ, ਦੇਖੋ ਲਿਖਿਆ ਸ਼੍ਰੀ ਗੁਰਿੰਦਰ ਸਿੰਘ SI। ਇਹ ਇੰਸਪੈਕਟਰ ਮਨਜੀਤ ਸਿੰਘ ਵਿਜੀਲੈਂਸ ਵਿਭਾਗ ਦਾ, ਉਹਦੇ ਕੋਲੇ ਇਹਦਾ ਆਪ ਦਾ ਇਕਬਾਲੀਆ ਬਿਆਨ ਆ ਲਿਖਿਆ। 21/7/2005 ਨੂੰ ਇਕਬਾਲ ਸਿੰਘ ਪੁੱਤਰ ਮਲਕੀਤ ਸਿੰਘ ਨੂੰ ਰਸੂਲਪੁਰ ਨੂੰ ਗ੍ਰਿਫਤਾਰ ਕੀਤਾ। ਇੱਧਰ ਦੇਖੋ ਲਿਖਿਆ ਇਹਦਾ ਆਪ ਦਾ ਨਿੱਜੀ ਬਿਆਨ ਆ, ਇਹਦੇ ਚੌਂਕੀ ਇੰਚਾਰਜ ਰਾਜਵੀਰ ਸਿੰਘ ਦਾ। ਇਹਦੇ 'ਚ ਵੀ ਲਿਖਿਆ ਵਾ ਮਨਜੀਤ ਸਿੰਘ ਇੰਸਪੈਕਟਰ ਵਿਜੀਲੈਂਸ ਕੋਲੇ ਬਿਆਨ ਆ ਕਿ ਇਕਬਾਲ ਸਿੰਘ ਨੂੰ 21 ਤਰੀਕ ਆ ਦੇਖੋ ਲਿਖੀ ਹੋਈ ਇੱਥੇ 21/7/2005 ਨੂੰ ਦਰਖਾਸਤ ਦਿੰਦਾ ਇਕਬਾਲ ਸਿੰਘ ਆ ਦੇਖੋ, ਠੀਕ ਹੈ, SHO ਸਿਟੀ ਜਗਰਾਉਂ ਦੇ ਪੇਸ਼ ਹੋਇਆ। ਜਦੋਂ ਕਿ ਮੈਂ 21 ਤਰੀਕ ਨੂੰ ਇਹਨਾਂ ਦੀ ਹਿਰਾਸਤ ਵਿੱਚ ਆ, ਪਰ ਇਹਨਾਂ ਨੇ ਅਕਸਰ ਹੀ ਜਿਵੇਂ ਪੁਲਿਸ ਕਰਦੀ ਆ ਕਿ ਉਹ ਗ੍ਰਿਫਤਾਰ ਬੰਦੇ ਨੂੰ ਨਜਾਇਜ਼ ਹਿਰਾਸਤ ਵਿੱਚ ਪਹਿਲਾਂ ਰੱਖਦੀ ਆ, ਹੁਣ ਵੀ ਐਵੇਂ ਕਰਦੇ ਆ, ਬੰਦੇ ਨੂੰ ਚੱਕ ਪਹਿਲਾਂ ਲੈਂਦੇ ਆ, ਪਰ ਮਨਮਰਜ਼ੀ ਦੇ ਨਾਲ ਇੱਕ ਡੇਟ ਨੂੰ ਉਹ ਪੇਸ਼ ਕਰਦੇ ਆ ਬਾਅਦ ਵਿੱਚ। ਮੇਰੇ ਨਾਲ ਵੀ ਆ ਦੇਖੋ, ਮੈਂ ਦਿਖਾਉਣਾ ਚਾਹੂੰਗਾ ਤੁਹਾਨੂੰ, ਆ ਇਹ ਗ੍ਰਿਫਤਾਰੀ ਦਾ, ਇਹ ਮੇਰੇ ਚਲਾਨ ਦਾ ਮਤਲਬ ਸਜ਼ਾ ਸਲਿੱਪ ਆ। ਇਹਦੇ ਵਿੱਚ ਆ ਦੇਖੋ ਲਿਖੀ ਗ੍ਰਿਫਤਾਰੀ ਮਿਤੀ 22/7/2005, ਜਿਹਨਾਂ ਦੀ ਗ੍ਰਿਫਤਾਰੀ ਦਿਖਾਈ ਮੇਰੀ ਦੂਜੇ ਦਿਨ। ਹੁਣ ਤੁਸੀਂ ਸੋਚ ਕੇ ਦੇਖੋ ਵੀ 22/7/2005 ਤੋਂ 28/3/2014 ਨੂੰ ਮੈਂ ਬਰੀ ਹੁੰਨਾ ਵਾਂ, ਜਾਣੀ ਦੀ ਲਗਭਗ 10 ਸਾਲਾਂ ਬਾਅਦ। 10 ਸਾਲ ਇਹ ਝੂਠਾ ਜਿਹੜੀ 22 ਤਰੀਕ ਦੇ ਵਿੱਚ ਹੀ ਮੇਰੇ ਤੇ ਮੁਕੱਦਮਾ ਚੱਲਦਾ ਰਿਹਾ। 22 ਤਰੀਕ ਦੇ ਵਿੱਚ ਬਿਲਕੁਲ ਹੀ, ਜਾਣੀ ਦੀ ਗ੍ਰਿਫਤਾਰ ਮੈਂ ਇੱਕ ਦਿਨ ਪਹਿਲਾਂ ਉਹਨਾਂ ਕੋਲੇ ਦਿਖਾਤਾ, ਦੂਜੇ ਦਿਨ ਤੇ 2 ਫਰਜ਼ੀ ਗਵਾਹ ਬਣਾ ਲਏ, ਪਰ ਇਹ ਸਾਰਾ ਮੁਕੱਦਮਾ ਫਰਜ਼ੀ ਹੀ ਚੱਲਦਾ ਰਿਹਾ। ਇਸ ਮੁਕੱਦਮੇ ਦੇ ਦਰਮਿਆਨ 1 ਸਾਲ ਦਾ ਜਿਹੜਾ ਵਕਬਾ ਸੀਗਾ, ਉਹਦੇ ਵਿੱਚ ਆ ਦੇਖੋ ਉਹਨੇ ਜਿਮਨੀਆਂ ਦੇ ਵਿੱਚ 15/4/2005 ਨੂੰ
ਇਹ ਜਿਮਨੀ ਭਰੀ ਆ ਕੀ ਲਿਖਿਆ ਵਾ, ਇਕਬਾਲ ਸਿੰਘ ਦਾ ਪਿਤਾ ਮਲਕੀਤ ਸਿੰਘ ਘਰ ਵਿੱਚ ਹਾਜ਼ਰ ਹੈ, 1 ਤਰੀਕ। ਫਿਰ ਉਹ ਅਗਲੀ ਇੱਕ ਹੋਰ ਤਰੀਕ ਆ ਦੇਖੋ, ਇਹ ਜਿਮਨੀ ਨੰਬਰ 25, ਇਹਦੇ 'ਚ ਫਿਰ ਲਿਖਿਆ 30/4/2005 ਨੂੰ ਕੀ ਲਿਖਦਾ ਵਾ, ਕਹਿੰਦਾ ਇਕਬਾਲ ਸਿੰਘ ਦਾ ਪਿਤਾ ਮਲਕੀਤ ਸਿੰਘ ਘਰੇ ਹਾਜ਼ਰ ਹੈ। ਆ ਦੇਖੋ ਲਿਖਿਆ ਗੁਰਿੰਦਰ ਸਿੰਘ ਮੁੱਖ ਅਫਸਰ PS ਸਿਟੀ ਜਗਰਾਉਂ, ਤਰੀਕ ਪਾਉਂਦਾ ਵਾ 30/4/2005, ਜਾਣੀ ਆਪਣੇ ਆਪ ਨੂੰ SHO ਕਹਿੰਦਾ ਵਾ ਤੇ SI ਕਹਿੰਦਾ ਵਾ ਤੇ ਤਰੀਕ ਲਿਖਦਾ ਵਾ 30/4। ਇਹ ਵੱਖ-ਵੱਖ ਆ ਹੋਰ ਵੀ ਬਹੁਤ ਸਾਰੀਆਂ ਤਰੀਕਾਂ ਵਾ। ਅੱਛਾ, ਤੁਹਾਡੇ ਪਿਤਾ ਜੀ ਉਸ ਟਾਈਮ ਘਰੇ ਹਾਜ਼ਰ ਹੁੰਦੇ ਸੀ ਜਦੋਂ ਇਹ ਆਉਂਦੇ ਸੀ? ਇਹ ਰੇਡਾਂ ਕਰਦਾ, ਰੇਡਾਂ ਦੇ ਵਿੱਚ ਦੇਖੋ ਲਿਖਿਆ ਵੱਖ-ਵੱਖ ਤਰੀਕਾਂ ਵਾ, ਦੇਖੋ ਆ ਵੱਖ-ਵੱਖ ਤਰੀਕਾਂ ਦੇ ਵਿੱਚ ਲਿਖਿਆ। ਉਹਨਾਂ ਨੇ ਰੇਡਾਂ ਕੀਤਾ, ਤੁਹਾਡੇ ਪਿਤਾ ਜੀ ਉਹਨਾਂ ਨੂੰ ਫਿਰ ਮੋੜਦੇ ਰਹੇ? ਹਾਂ, ਇੱਥੇ ਲਿਖਿਆ ਵਾ ਕਿ ਇਕਬਾਲ ਸਿੰਘ ਦਾ ਪਿਤਾ ਮਲਕੀਤ ਸਿੰਘ ਘਰੇ ਹਾਜ਼ਰ ਮਿਲਿਆ। ਉਹਨੂੰ ਮੈਂ ਪੁੱਛਿਆ ਕਿ ਇਕਬਾਲ ਸਿੰਘ ਕਿੱਥੇ ਆ, ਉਹ ਕਹਿੰਦਾ ਉਹ ਤਾਂ ਘਰੇ ਨਹੀਂ ਹੈਗਾ। ਆ ਮੇਰੇ ਪਿਤਾ ਦਾ ਡੈਥ ਸਰਟੀਫਿਕੇਟ ਆ, ਮੇਰੇ ਪਿਤਾ ਦੀ ਫੋਟੋ ਆ। ਠੀਕ ਹੈ। ਇਹ 1994 ਦੇ ਵਿੱਚ ਆ ਦੇਖੋ ਲਿਖਿਆ, 1942 ਦੇ ਵਿੱਚ ਇਹਨਾਂ ਦਾ ਜਨਮ ਹੋਇਆ, 1994 6/1994 ਨੂੰ ਇਹਨਾਂ ਦੀ ਮੌਤ ਹੋ ਗਈ ਸੀ। ਆ ਇਹਨਾਂ ਦਾ ਡੈਥ ਸਰਟੀਫਿਕੇਟ ਆ ਪੰਜਾਬ ਸਰਕਾਰ ਦੇ ਲੋਕਲ ਬਾਡੀ ਡਿਪਾਰਟਮੈਂਟ। ਪਿਤਾ ਦੀ ਡੈਥ 1994 ਚ ਹੋ ਗਈ ਤੇ ਪੁਲਿਸ ਬਿਆਨ ਲੈ ਰਹੀ ਹੈ, ਉਹਨਾਂ ਦੇ ਮਤਲਬ ਲਿਖ ਰਹੀ ਹੈ ਕਿ ਉਹ 2005 ਦੇ ਵਿੱਚ ਘਰੇ ਮਿਲੇ, ਜਿੰਦਾ ਮਿਲੇ। ਮਤਲਬ ਪੰਜਾਬ ਪੁਲਿਸ ਇਸ ਹੱਦ ਤੱਕ ਵੀ ਟੱਪ ਗਈ ਹੈ ਕਿ ਉਹ ਜੇ ਅਸੀਂ ਯਮ ਲੋਕ ਕਹੀਏ ਜਾਂ ਜਿੱਥੇ ਅਸੀਂ ਕਹਿ ਲਈਏ ਕਿ ਧਰਮਰਾਜ ਕੋਲ ਸਵਰਗ ਜਾਂ ਨਰਕ ਜਿੱਥੇ ਵੀ ਉਹ ਬੈਠੇ ਆ, ਉੱਥੋਂ ਸੱਦ ਕੇ ਵੀ ਸਾਈਨ ਕਰਵਾ ਲੈਂਦੀ ਹੈ। ਉੱਥੋਂ ਸੱਦ ਕੇ ਉਹ ਘਰੇ ਉਹਨਾਂ ਨੂੰ ਮਿਲਦੇ ਆ, ਇੱਕ ਵਾਰੀ ਨਹੀਂ 4-5 ਵਾਰੀ ਮਿਲੇ। ਤੁਹਾਨੂੰ ਨਹੀਂ ਮਿਲਦੇ ਤੁਹਾਡੇ ਪਿਤਾ ਜੀ, ਕਿਉਂਕਿ 94 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ, ਪਰ ਪੁਲਿਸ ਨੂੰ ਮਿਲ ਜਾਂਦੀ। ਪੁਲਿਸ ਨੂੰ ਮਿਲਦੇ ਆ। ਹੁਣ ਤੁਹਾਨੂੰ ਮੈਂ ਇੱਕ ਹੋਰ ਹੈਰਾਨੀ ਵਾਲੀ ਗੱਲ ਦੱਸਦਾ ਵਾਂ ਬਈ, ਮੈਂ ਜੇਲ੍ਹ ਦੇ ਵਿੱਚ ਬੈਠ ਕੇ ਇੱਕ ਚਿੱਠੀ ਲਿਖੀ। ਜਦੋਂ ਇਹ ਰਿਕਾਰਡ ਮੇਰੇ ਸਾਹਮਣੇ ਆਇਆ ਨਾ, ਤਾਂ ਮੈਂ ਜੇਲ੍ਹ ਦੇ ਵਿੱਚੋਂ ਚਿੱਠੀ ਲਿਖੀ ਇੱਕ DGP ਨੂੰ ਕਿ ਬਈ ਨਾ ਸੌਰੀ SSP ਨੂੰ ਕਿ ਵੀ 2005 ਦੀਆਂ ਤਰੀਕਾਂ ਮੈਂ ਲਿਖਤੀਆਂ 4-5 ਕਿ ਇੰਨਾ ਤਰੀਕਾਂ ਨੂੰ SHO ਗੁਰਿੰਦਰ ਸਿੰਘ ਨੂੰ ਮੇਰੇ ਪਿਤਾ ਘਰੇ ਮਿਲੇ। ਅੱਛਾ। ਉਸ ਤਰੀਕ ਤੋਂ ਬਾਅਦ ਮੇਰੇ ਪਿਤਾ ਹੁਣ ਘਰੇ ਨਹੀਂ ਹੈਗੇ, ਉਹ ਪਤਾ ਨਹੀਂ ਕਿੱਥੇ ਆ। ਮੈਨੂੰ ਪੁਲਿਸ ਨੇ ਜੇ ਭੇਜਤਾ ਤੇ ਮੇਰੇ ਪਿਤਾ ਪਤਾ ਨਹੀਂ ਕਿੱਥੇ ਆ। ਅੱਛਾ। ਉਹਨਾਂ ਨੂੰ ਲੱਭਿਆ ਜਾਵੇ, ਲੱਭ ਕੇ ਮੈਨੂੰ ਮਿਲਾਇਆ ਜਾਵੇ। ਮੈਂ ਜਾਣ ਬੁੱਝ ਕੇ ਚਿੱਠੀ ਲਿਖਤੀ, ਮੈਂ ਤੈਨੂੰ ਚਿੱਠੀ ਦਿਖਾ ਵੀ ਦਿੰਦਾ। ਉਸ ਤੋਂ ਬਾਅਦ ਪੁਲਿਸ ਫਿਰ ਉਹਦੇ 'ਤੇ ਇੱਕ ਰਿਪੋਰਟ ਤਿਆਰ ਕਰਦੀ ਹੈ। ਉਹ ਰਿਪੋਰਟ ਦੇ ਵਿੱਚ ਲਿਖਦੀ ਆ ਪੁਲਿਸ ਕਿ ਬਈ ਇਕਬਾਲ ਸਿੰਘ ਦਾ ਪਿਤਾ ਮਲਕੀਤ ਸਿੰਘ ਤਾਂ ਦੀ ਮੌਤ ਤਾਂ 11 ਸਾਲ ਪਹਿਲਾਂ ਹੋ ਚੁੱਕੀ ਆ। ਫਿਰ ਖੁਦ ਹੀ ਫਿਰ ਉਹ ਆਪਦੇ ਬਿਆਨ 'ਤੇ ਪਲਟਦੇ, ਜਾਲ ਦੇ ਵਿੱਚ ਫਸਦੇ ਆ। ਜਿਹੜੀ ਪੁਲਿਸ ਕਿਸੇ ਬੰਦੇ ਨੂੰ ਫਸਾਉਣ ਵਾਸਤੇ ਕੁਝ ਵੀ ਕਰ ਸਕਦੀ ਆ, ਕੋਈ ਵੀ ਹੱਦ ਟੱਪ ਸਕਦੀ ਹੈ। ਤਾਂ ਦੋਸਤੋ, ਇੱਥੇ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਬੜੀ ਜ਼ਰੂਰੀ ਹੈ ਕਿ ਸਿਰਫ ਇੱਕ ਵਿਅਕਤੀ ਨੂੰ ਝੂਠਾ ਫਸਾਉਣ ਦੀ ਖਾਤਰ ਆ ਤੁਸੀਂ ਦੇਖਦੇ ਹੋ ਕਿ ਪਿਤਾ ਜੀ ਦੀ ਡੈਥ 1994 ਚ ਹੋ ਗਈ। ਉਹਨਾਂ ਦੇ ਜਿਹੜੇ ਕਿਹਾ ਸ਼ੋਅ ਪੁਲਿਸ ਨੇ ਕੀਤਾ ਕਿ 2005 ਚ ਅਸੀਂ ਰੇਡ ਕਰਦੇ ਸੀ ਤਾਂ ਉਹਨਾਂ ਦੇ ਪਿਤਾ ਸਾਨੂੰ ਘਰੇ ਮਿਲਦੇ ਸੀ, ਉਹਨਾਂ ਤੋਂ ਅਸੀਂ ਵਾਪਸ ਆ ਜਾਂਦੇ ਸੀ। ਉਹ ਸਾਨੂੰ ਕਹਿੰਦੇ ਸੀ ਕਿ ਇਕਬਾਲ ਸਿੰਘ ਇਸ ਵਕਤ ਘਰ ਨਹੀਂ ਹੈ। ਐਡੇ ਵੱਡੇ ਜਿਹੜੀਆਂ ਤੁਸੀਂ ਵੇਖੋ ਐਡੀਆਂ ਵੱਡੀਆਂ ਗੱਲਾਂ ਪੁਲਿਸ ਕਰ ਜਾਂਦੀ ਹੈ, ਐਡੀਆਂ ਵੱਡੀਆਂ ਝੂਠੀਆਂ ਗੱਲਾਂ ਪੁਲਿਸ ਕਰ ਜਾਂਦੀ ਹੈ। ਅਸੀਂ ਗੱਲਬਾਤ ਫਿਰ ਕਰਦੇ ਹਾਂ ਉਹਨਾਂ ਨਾਲ, ਹੋਰ ਕੀ ਕੁਝ ਵਾਪਰਿਆ, ਕਿਉਂਕਿ ਬੜਾ ਕੁਝ ਹੈ ਕੇਸ ਦੇ ਵਿੱਚ, ਬੜਾ ਇੰਟਰਸਟਿੰਗ। ਆ ਜਾਓ ਇਕਬਾਲ ਸਿੰਘ ਜੀ, ਇੱਧਰ ਆ ਜਾਓ, ਆਪਾਂ ਤੁਹਾਡੀ ਜਿਹੜੀ ਹੋਰ ਵੀ ਦਿਖਾਉਣੇ ਆ। ਹੋਰ ਫਿਰ ਉਸ ਤੋਂ ਬਾਅਦ ਕੀ ਹੋਇਆ? ਫਿਰ ਜਦੋਂ ਇਸ ਤੋਂ ਬਾਅਦ 22 ਤਰੀਕ ਦੇ ਵਿੱਚ ਜਦੋਂ ਮੇਰੀ ਗ੍ਰਿਫਤਾਰੀ ਉਹ ਦਿਖਾਉਂਦਾ ਵਾ, 21 ਤਰੀਕ ਨੂੰ ਅਸਲ ਦੇ ਵਿੱਚ ਤੇ ਪਰ 22 ਦੇ ਵਿੱਚ ਉਹ ਫਰਜ਼ੀ ਗ੍ਰਿਫਤਾਰੀ ਦਾ। ਤਾਂ ਆ ਤੁਸੀਂ ਦੇਖੋ, ਆ ਦੇਖੋ 22 ਤਰੀਕ ਦੇ ਵਿੱਚ ਲਿਖਦਾ ਵਾ, ਆ 22/7/2005 SHO ਗੁਰਿੰਦਰ ਸਿੰਘ ਦੇ ਸਾਈਨ ਆ। ਇਹ RTI ਦੇ ਵਿੱਚ ਤਸਦੀਕਸ਼ੁਦਾ ਨਕਲ ਮੈਂ ਲਈ ਹੋਈ ਆ। ਇਹਦੇ ਵਿੱਚ ਕੀ ਲਿਖਿਆ ਕਿ 22 ਤਰੀਕ ਨੂੰ ਮੈਂ ਪੁਲਿਸ ਪਾਰਟੀ ਦੇ ਅੱਗੇ ਚੱਲ ਕੇ ਆਪਦੇ ਪਿੰਡ ਰਸੂਲਪੁਰ ਦੇ ਤੀਜੇ ਘਰ ਦੇ ਤੀਜੇ ਕਮਰੇ 'ਚ ਪਏ ਇੱਕ ਟਰੰਕ 'ਚੋਂ ਇੱਕ ਪਰਨਾ ਕੱਢ ਕੇ ਇੱਕ ਆਪਦੇ ਪਿਤਾ ਮਲਕੀਤ ਸਿੰਘ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਸਾਹਮਣੇ ਪੁਲਿਸ ਨੂੰ ਦਿੱਤਾ ਵਾ। ਉਸ ਪਰਨੇ ਨਾਲ ਮੈਂ ਕਤਲ ਕੀਤਾ ਸੀ। ਚਲੋ, ਤੁਹਾਨੂੰ ਮਿਲਾਤਾ ਤੁਹਾਡੇ ਪਿਤਾ ਨਾਲ ਪੁਲਿਸ, ਮਤਲਬ ਤੁਹਾਨੂੰ ਮਿਲਾਤਾ ਕਾਗਜ਼ ਦੇ ਵਿੱਚ ਲਿਖਤਾ। ਔਰ ਇਹ ਵੀ ਲਿਖਿਆ, ਆ ਫਰਦ ਬਰਾਮਦੀ ਦੇਖ ਲਓ ਤੁਸੀਂ, ਫਰਦ ਬਰਾਮਦੀ ਤਿਆਰ ਕੀਤੀ। ਉਹਦੇ ਵਿੱਚ ਲਿਖਿਆ ਕਿ ਫਰਦ ਬਰਾਮਦੀ ਤੇ ਇਕਬਾਲ ਸਿੰਘ ਦੇ ਪਿਤਾ ਮਲਕੀਤ ਸਿੰਘ ਨੇ ਦਸਤਖਤ ਕੀਤੇ। ਇਹ ਬਿਆਨ ਆ, ਪੜ੍ਹ ਲਓ। ਆ ਦੇਖੋ ਲਿਖਿਆ ਹੋਇਆ, ਆ ਸਾਰੀ ਆ ਦੇਖੋ ਅੰਡਰਲਾਈਨ ਕੀਤਾ ਹੋਇਆ ਮੈਂ। ਬੜੀਆਂ ਅਜੀਬੋ ਗਰੀਬ ਗੱਲਾਂ ਤੇ ਅਜੀਬੋ ਗਰੀਬ ਕਹਾਣੀਆਂ ਘੜੀਆਂ ਪੁਲਿਸ। ਇਹ ਬਿਆਨ ASI ਰਾਜਵੀਰ ਸਿੰਘ ਦਾ ਵਾ ਤੇ ਹੌਲਦਾਰ ਸੁਖਵਿੰਦਰ ਸਿੰਘ ਦਾ ਵਾ। ਇਹ ਦੋ ਬੰਦਿਆਂ ਦੇ ਬਿਆਨ ਆ ਜਿਹੜੇ ਇਹਨਾਂ ਨੇ ਬਿਆਨ ਚਲਾਨ ਦੇ ਵਿੱਚ ਲਾ ਕੇ ਕੋ ਜੱਜ ਸਾਹਮਣੇ ਪੇਸ਼ ਕੀਤੇ। ਇਹ ਮਤਲਬ ਪੁਲਿਸ ਇਸ ਤਰ੍ਹਾਂ ਕਰਦੀ ਆ, ਇਸ ਤਰ੍ਹਾਂ ਕਰਦੀ ਆ। ਹੋਰ ਕੀ ਕੁਝ ਝੂਠੀਆਂ ਕਹਾਣੀਆਂ ਘੜੀਆਂ, ਇਹ ਵੀ ਅਸੀਂ ਕਿਹਾ। ਇੱਕ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਰੇਡਾਂ ਮਾਰੀਆਂ ਗਈਆਂ ਤੁਹਾਡੇ ਘਰੇ, ਕਾਫੀ ਰੇਡਾਂ ਮਾਰੀਆਂ, ਉਹਨਾਂ ਦੇ ਵਿੱਚ ਵੀ ਕੁਝ ਤੁਸੀਂ ਕਹਿ ਰਹੇ ਫਰਜ਼ੀ ਸੀਗਾ ਕੰਮ, ਉਹ ਕੀ ਚੀਜ਼ ਸੀ? ਹਾਂ, ਉਹ ਮੈਂ ਤੁਹਾਨੂੰ ਦਿਖਾਉਣਾ। ਮੈਂ ਦੇਖੋ ਜਿਵੇਂ ਮੈਂ ਪੁਲਿਸ ਦਾ ਇਹ ਜਿਹੜਾ ਰਿਕਾਰਡ ਆ ਇਕੱਠਾ ਕੀਤਾ, ਇਸ ਰਿਕਾਰਡ ਦੇ ਵਿੱਚ ਜਿਵੇਂ ਗੱਲਾਂ ਸਾਂਝੀਆਂ ਹੋਈਆਂ ਵਾ। ਆ ਸਾਡੇ ਜਗਰਾਉਂ ਤੋਂ ਦੇਖੋ ਖਬਰ ਲੱਗੀ ਹੋਈ ਆ, ਜਗਰਾਉਂ ਬੁਲੇਟਿਨ ਦੀ ਖਬਰ ਆ, ਮਾਮਲਾ SHO ਗੁਰਿੰਦਰ ਸਿੰਘ ਬੱਲ ਦੀਆਂ ਜਾਲੀ ਰੇਡਾਂ ਦਾ।
ਐਸਸੀ ਕਮਿਸ਼ਨ ਨੇ ਡੀਜੀਪੀ ਤੋਂ ਮੰਗੀ ਰਿਪੋਰਟ ਕੀ ਸੀ? ਆਹ ਰੇਡਾਂ ਸੀ। ਪੁਲਿਸ ਵੱਲੋਂ ਫਰਜ਼ੀ ਪਾਈਆਂ ਰੇਡਾਂ ਦਾ ਯੂਨੀਵਰਸਲ ਮਨੁੱਖੀ ਅਧਿਕਾਰ ਸੰਗਠਨ ਨੇ ਕੀਤਾ ਫਰਜ਼ੀ ਪਰਦਾਫਾਸ਼। ਆ ਦੇਖੋ ਬਿਲਕੁਲ ਨੇੜੇ ਹੋ ਕੇ ਤੁਹਾਨੂੰ ਇਹ ਪਤਾ ਲੱਗ ਜੂ ਵੀ ਆ ਨਾ ਇਹਦੇ ਰੇਡਾਂ ਦੇ ਵਿੱਚ ਕੀ ਹੋਇਆ ਕਿ ਬਈ ਇੱਕ ਸਾਲ ਭਰ ਦਾ ਜਿਹੜਾ ਗੈਪ ਸੀਗਾ 31/7 ਜੋ 2004 ਨੂੰ ਮੇਰੀ ਜਿਹੜੀ ਭਤੀਜੀ ਆ ਉਹ ਪੱਖੇ ਦੇ ਨਾਲ ਸੁਸਾਈਡ ਕਰਦੀ ਆ, ਉਹਨੂੰ ਮਰਡਰ ਬਣਾਇਆ ਜਾਂਦਾ ਵਾ ਤੇ 22 ਤਰੀਕ ਦੇ ਵਿੱਚ ਮੇਰੀ ਜਿਹੜੀ ਗ੍ਰਿਫਤਾਰੀ ਆ ਉਹ ਦਿਖਾਈ ਜਾਂਦੀ ਆ। ਪਰ ਹੁਣ ਜਿਹੜਾ ਇੱਕ ਸਾਲ ਭਰ ਦਾ ਵਕਫਾ ਵਾ ਵਿਚਾਲੇ ਉਹਨੂੰ ਖਾਨਾ ਪੂਰਤੀ ਕੀਤੀ ਜਾਂਦੀ ਕਾਗਜ਼ਾਂ ਦੇ ਵਿੱਚ। ਕਿਵੇਂ ਕੀਤੀ ਜਾਂਦੀ ਆ? ਉਹ ਇੱਕ ਸਾਲ ਭਰ ਦੇ ਵਿੱਚ ਮੇਰੇ ਘਰੇ ਪਿੰਡ ਰਸੂਲਪੁਰ ਦੇ ਵਿੱਚ ਰੇਡਾਂ ਮਾਰਦਾ ਵਾ। ਉਹ ਲਿਖਦਾ ਮਨ SI SHO ਫਲਾਨਾ ਸਿੰਘ ਫਲਾਨਾ ਸਿੰਘ ਫਲਾਨਾ ਸਿੰਘ ਦੇ ਨਾਲ ਲੈ ਕੇ ਘਰੇ ਰੇਡ ਕੀਤਾ ਤੇ ਰੇਡ ਦੇ ਵਿੱਚ ਅੱਗੇ ਕੌਣ ਮਿਲਿਆ? ਜਿਹਨਾਂ ਦੀ ਮੰਨ ਲਓ ਵੀ ਕੁੱਲ 30-35 ਰੇਡਾਂ ਕੀਤੀਆਂ ਤੇ ਉਹਦੇ ਵਿੱਚੋਂ ਅੱਧੀਆਂ ਉਹਨੇ ਦਿਖਾਈਆਂ ਸਰਕਾਰੀ ਜਿਪਸੀ 1452 ਥਾਣੇ ਦੀ ਤੇ ਅੱਧੀਆਂ ਰੇਡਾਂ ਦਿਖਾਤੀਆਂ ਉਹਨੇ ਬਾਸਵਾਰੀ ਪ੍ਰਾਈਵੇਟ ਵਹੀਕਲ। ਜਦੋਂ ਮੈਂ RTI ਐਕਟ ਦੀ ਚਿੱਠੀ ਲਿਖ ਕੇ ਜੇਲ੍ਹ ਦੇ ਵਿੱਚ ਬੈਠੇ ਨੇ ਇਹ ਜਿਹੜੀ ਸਰਕਾਰੀ ਜਿਪਸੀ ਦੀ ਲੌਗ ਬੁੱਕ ਮੰਗੀ ਤਾਂ ਇੱਕ ਵੀ ਰੇਡ ਲੌਗ ਬੁੱਕ ਦੇ ਵਿੱਚ ਦਰਜ ਨਹੀਂ ਸੀ, ਭਾਵ ਉਹ ਫਰਜ਼ੀ ਸੀ। ਦੂਜਾ ਜਦੋਂ ਮੈਂ ਸਰਕਾਰੀ ਜਿਪਸੀ ਦੀ ਲੌਗ ਬੁੱਕ ਮੰਗ ਕੇ ਉਹ ਤਾਂ ਫਰਜ਼ੀ ਸਾਬਤ ਹੋ ਗਈ ਤੇ ਫਿਰ ਜਦੋਂ ਮੈਂ ਰੋਜ਼ਨਾਮਚਾ ਸਾਰਾ ਮੰਗਿਆ ਤੇ ਇੱਕ ਵੀ ਰੇਡ ਰੋਜ਼ਨਾਮਚੇ 'ਚ ਦਰਜ ਨਹੀਂ। ਫਿਰ ਜਦੋਂ ਮੈਂ RTI ਐਕਟ ਦੇ ਵਿੱਚ ਇੱਕ ਚਿੱਠੀ ਲਿਖੀ ਥਾਣੇ ਜਗਰਾਉਂ ਨੂੰ ਤੇ SSP ਜਗਰਾਉਂ ਨੂੰ ਕਿ ਮੈਨੂੰ ਜਿਹੜਾ ਪ੍ਰਾਈਵੇਟ ਵਹੀਕਲ ਦੇ ਉੱਤੇ ਰੇਡਾਂ ਮਾਰੀਆਂ ਮੇਰੇ ਘਰੇ, ਉਹਨਾਂ ਰੇਡਾਂ ਜਿਨ੍ਹਾਂ ਦੇ ਰੇਡਾਂ ਦਰਮਿਆਨ ਉਹ ਫਿਰ ਮੇਰੇ ਫਾਦਰ ਸਾਹਿਬ ਮਿਲੇ ਉਹਨਾਂ ਨੂੰ ਹੈ ਨਾ, ਤੇ ਮੈਂ ਕਿਹਾ ਵੀ ਉਹ ਰੇਡਾਂ ਕਾਹਦੇ 'ਤੇ ਮਾਰੀਆਂ? ਤਾਂ ਉਹ ਕਹਿੰਦਾ ਬਾਸਵਾਰੀ ਪ੍ਰਾਈਵੇਟ ਵਹੀਕਲ। ਤੇ ਫਿਰ ਮੈਂ ਚਿੱਠੀ ਲਿਖੀ ਉਹ 'ਚ 3 ਸਵਾਲ ਮੈਂ ਕੀਤੇ ਬਈ ਉਹ ਜਿਹੜਾ ਪ੍ਰਾਈਵੇਟ ਵਹੀਕਲ ਆ ਉਹਦਾ ਜਿਹੜਾ ਕਿਸਮ ਕਿਹੜੀ ਆ, ਸਕੂਟਰ ਮੋਟਰ ਕਾਰ ਕੀ ਆ, ਟਰੱਕ ਆ, ਬੱਸ 'ਤੇ ਗਿਆ ਕਾਹਦੇ 'ਤੇ ਗਿਆ, ਤੇ ਦੂਜੇ ਨੰਬਰ ਦੇ ਵਿੱਚ ਉਹਦਾ ਮਾਲਕ ਕੌਣ ਆ ਪ੍ਰਾਈਵੇਟ ਵਹੀਕਲ ਦਾ, 3 ਨੰਬਰ ਦੇ ਵਿੱਚ ਤੂੰ ਤੇਲ ਕਿੱਥੋਂ ਪਾਇਆ। ਉਹਦੇ ਵਿੱਚ ਫਿਰ ਉਹਨੇ ਕੀ ਕੀਤਾ, ਇਹ ਜਵਾਬ ਦਿੱਤਾ ਮੈਨੂੰ ਥਾਣਾ ਸਿਟੀ ਨੇ ਕਿ ਸਾਡੇ ਕੋਲੇ ਇਸ ਤਰ੍ਹਾਂ ਦਾ ਕੋਈ ਰਿਕਾਰਡ ਹੈ ਨਹੀਂਗਾ। ਸੱਚ ਆ ਵੀ ਹੈ ਵੀ ਨਹੀਂਗਾ, ਪਰ ਫਿਰ ਉਹਨਾਂ ਨੇ ਨਾਲ ਇਹ ਲਿਖਤਾ ਕਿ ਵੀ ਇਸ ਟਾਈਮ ਉਹ ਗੁਰਿੰਦਰ ਸਿੰਘ ਬੱਲ ਖੁਦ ਹੀ ਦੱਸ ਸਕਦਾ ਵੀ ਉਹ ਕਾਹਦੇ 'ਤੇ ਰੇਡਾਂ ਕਰਨ ਗਿਆ ਸੀਗਾ। ਤੇ ਫਿਰ ਜਦੋਂ ਮੈਂ ਪਟਿਆਲੇ ਨੂੰ ਉਹ SSP ਦਫ਼ਤਰ ਪਟਿਆਲੇ ਨੂੰ ਚਿੱਠੀ ਲਿਖੀ ਤਾਂ ਉਹਨਾਂ ਨੇ ਫਿਰ ਮਜਬੂਰੀ ਬਸ ਪਹਿਲਾਂ ਤਾਂ 1.5-2 ਸਾਲ ਉੱਥੇ ਉਹਨਾਂ ਨੇ ਇਹ ਗੱਲ ਤੋਂ ਜਵਾਬ ਦਿੰਦੇ ਰਹੇ ਜੀ ਇਹ ਗੁਪਤ ਰਿਕਾਰਡ ਆ, ਇਹ ਫਲਾਨਾ ਢਮਕਾ, ਪਰ ਬਚਦੇ ਰਹੇ ਕਿਉਂਕਿ ਉਹਨਾਂ ਕੋਲੇ ਜਵਾਬ ਨਹੀਂ ਸੀ ਕੋਈ। ਫਿਰ ਅਖੀਰ ਦੇ ਵਿੱਚ ਸੂਚਨਾ ਕਮਿਸ਼ਨ ਕੋਲੇ ਜਾ ਕੇ ਉਹਨੇ ਆਪਦੇ ਗਨਮੈਨਾਂ ਦੇ ਕੁਛ ਜਿਹੜੇ ਵਹੀਕਲ ਜਿਹੜੇ 4 ਵਹੀਕਲਾਂ ਦੇ ਨੰਬਰ ਲਿਖ ਕੇ ਦਿੱਤੇ, ਜਿਹਦੇ ਵਿੱਚੋਂ 2 ਵਹੀਕਲ ਮੋਟਰਸਾਈਕਲ TVS ਉਹ ਜਗਰਾਉਂ ਨੰਬਰ ਦੇ PV 25 ਸੀ ਜਿਹੜੇ ਉਹਦੇ ਗਨਮੈਨ ਦੇ ਸੀਗੇ। ਦੂਜੇ ਨੰਬਰ ਦੇ ਉੱਤੇ ਇੱਕ ਤੀਰਥ ਸਿੰਘ ਸੀ ਗਨਮੈਨ, ਇੱਕ ਉਹਦੇ ਨਾਂ 'ਤੇ ਮੋਟਰਸਾਈਕਲ ਸੀ, ਇੱਕ ਮਨਜਿੰਦਰ ਸਿੰਘ ਉਹਦਾ ਗਨਮੈਨ ਸੀ ਉਹਦੇ ਨਾਂ 'ਤੇ ਸੀ। ਦੂਜੇ ਨੰਬਰ ਤੇ ਇੱਕ ਵੈਗਨਰ ਕਾਰ ਦਾ ਨੰਬਰ ਦੇਤਾ ਜਿਹੜੀ ਕਿ ਪਟਿਆਲੇ ਜ਼ਿਲ੍ਹੇ ਮੰਡੀ ਗੋਬਿੰਦਗੜ੍ਹ ਦੀ ਕਿਸੇ ਬੰਦੇ ਦੇ ਨਾਂ 'ਤੇ ਸੀਗੀ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਨੰਬਰ ਸੀਗਾ PV 23। ਇੱਕ ਚੇਤਕ ਸਕੂਟਰ ਸ਼ੋਅ ਕਰਤਾ, ਉਹ ਸੂਚਨਾ ਉੱਥੇ ਮੈਨੂੰ ਦੇਤੀ ਵੀ ਇਹਨਾਂ ਪ੍ਰਾਈਵੇਟ ਵਹੀਕਲਾਂ ਦੇ ਉੱਤੇ ਮੈਂ ਮਾਰਦਾ ਸੀ ਰੇਡਾਂ। ਜਦੋਂ ਮੈਂ ਟਰਾਂਸਪੋਰਟ ਡਿਪਾਰਟਮੈਂਟ ਤੋਂ ਇਹਨਾਂ ਦੀਆਂ RCਆਂ ਕਢਾਈਆਂ ਤਾਂ ਹੈਰਾਨੀ ਵਾਲੀ ਗੱਲ ਹੋਈ ਕਿ ਰੇਡਾਂ 2004-05 ਦੀਆਂ ਤੇ ਜਿਹੜੇ ਵਹੀਕਲ ਏਜੰਸੀ 'ਚੋਂ ਨਿਕਲੇ ਮੋਟਰਸਾਈਕਲ ਉਹ 2006 'ਚ, ਜਾਣੀ ਦੀ ਰੇਡਾਂ ਪਹਿਲਾਂ ਬਚ ਗਈਆਂ ਤੇ ਮੋਟਰਸਾਈਕਲ ਧਰਤੀ ਦੇ ਬਾਅਦ 'ਚ ਆਏ, ਏਜੰਸੀ 'ਚੋਂ ਬਾਅਦ 'ਚ ਨਿਕਲੇ। ਹੈਰਾਨੀ ਵਾਲੀ ਗੱਲ ਹੋਈ। ਫਿਰ ਮੈਂ ਇਹ ਜਿਹੜਾ ਇਸ ਰਿਕਾਰਡ ਦੇ ਆਧਾਰ ਤੇ ਸੂਚਨਾ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਅੰਡਰ ਸੈਕਸ਼ਨ 18 ਕਿ ਇਹ ਜਿਹੜਾ ਫਰਜ਼ੀ ਰਿਕਾਰਡ ਦਿੱਤਾ ਵਾ ਥਾਣੇਦਾਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਤੁਹਾਨੂੰ ਵੀ ਗੁੰਮਰਾਹ ਕੀਤਾ ਵਾ, ਮੈਨੂੰ ਵੀ ਝੂਠਾ ਰਿਕਾਰਡ ਦਿੱਤਾ ਤੇ ਉੱਚ ਪੁਲਿਸ ਅਧਿਕਾਰੀਆਂ ਨੂੰ ਵੀ ਗੁੰਮਰਾਹ ਕੀਤਾ। ਤਾਂ ਸਿੱਟੇ ਵਜੋਂ ਫਿਰ ਇਸ ਥਾਣੇਦਾਰ ਗੁਰਿੰਦਰ ਸਿੰਘ ਬੱਲ ਨੇ ਉੱਥੇ ਲਿਖਤੀ ਮਾਫੀ ਮੰਗ ਲਈ। ਇਹ ਮਾਫੀਨਾਮਾ ਤੁਸੀਂ ਆ ਦੇਖ ਰਹੇ ਹੋ ਵੀ ਇਹ ਮਾਫੀ ਮੰਗ ਕੇ ਫਿਰ ਉਹਨੇ ਆਪਣਾ ਖੜਾ ਛਡਾ ਲਿਆ। ਕਹਿਣ ਦਾ ਮਤਲਬ ਵੀ ਇਹ ਸਾਰਾ ਕੁਝ A ਤੋਂ Z ਤੱਕ ਫਰਜ਼ੀ ਸੀ। ਉਸ ਤੋਂ ਬਾਅਦ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਇਸ ਫਰਜ਼ੀ ਰਿਕਾਰਡ ਦੇ ਵਿੱਚ ਹੋਈ ਕਿ ਬਈ ਇਹਨਾਂ ਨੇ 2004 ਦੇ ਵਿੱਚ ਇਹ ਘਟਨਾ ਤੇ 2008 ਦੇ ਵਿੱਚ ਇੱਕ ਸਪਲੀਮੈਂਟਰੀ ਐਪਲੀਕੇਸ਼ਨ ਦਿੱਤੀ। ਉਹ ਸਪਲੀਮੈਂਟਰੀ ਐਪਲੀਕੇਸ਼ਨ ਕੀ ਦਿੱਤੀ ਕਿ ਬਈ ਇਕਬਾਲ ਸਿੰਘ ਦੇ ਖਿਲਾਫ ਕੁਝ ਸਬੂਤ ਸਾਨੂੰ ਮਿਲੇ ਆ, ਉਹ ਸਬੂਤ ਜਿਹੜਾ ਕਾਗਜ਼ ਨੇ ਉਹ SSP ਦਫ਼ਤਰ ਦੇ ਵਿੱਚ ਲੁਕੇ ਰਹਿ ਗਏ, ਉਹ ਹੁਣ ਸਾਨੂੰ ਲੱਭੇ ਆ 4 ਸਾਲਾਂ ਬਾਅਦ ਤੇ ਅਸੀਂ ਉਹ ਰਿਕਾਰਡ ਪੇਸ਼ ਕਰਨਾ ਵਾ ਤੇ ਸਾਨੂੰ ਆਗਿਆ ਦਿੱਤੀ ਜਾਵੇ। ਅਦਾਲਤ ਨੇ ਆਗਿਆ ਦਿੱਤੀ ਤੇ ਉਹ ਮੇਰੇ ਵਕੀਲ ਨੇ ਫੋਟੋ ਕਾਪੀਆਂ ਮੈਨੂੰ ਦੇ ਦਿੱਤੀਆਂ। ਜਦੋਂ ਮੈਂ RTI ਦੇ ਵਿੱਚ ਘਰੇ ਆ ਕੇ ਉਹ ਚਿੱਠੀ ਲਿਖੀ SSP ਦਫ਼ਤਰ ਨੂੰ ਜਿਹੜਾ ਉਹਨਾਂ ਨੇ ਕੋਰਟ 'ਚ ਪੇਸ਼ ਕੀਤਾ ਤਾਂ SSP ਦਫ਼ਤਰ ਨੇ ਮੈਨੂੰ ਲਿਖ ਕੇ ਜਵਾਬ ਦਿੱਤਾ ਕਿ ਇਹ ਰਿਕਾਰਡ ਤਾਂ ਅਸੀਂ ਨਸ਼ਟ ਕਰ ਚੁੱਕੇ ਹਾਂ।
ਨਸ਼ਟ ਕੀਤਾ ਰਿਕਾਰਡ ਅਦਾਲਤ 'ਚ ਪੇਸ਼ ਕਰਤਾ। ਅਦਾਲਤ ਦੇ ਵਿੱਚ ਪੇਸ਼ ਕਰਤਾ, ਪਰ ਮੈਂ ਜਾਣ ਬੁੱਝ ਕੇ, ਹੁਣ ਪਤਾ ਤਾਂ ਸੀਗਾ ਮੈਨੂੰ ਬਈ ਇਹ ਗੱਲ ਸੱਚ ਆ, ਵੀ ਇਹ ਰਿਕਾਰਡ ਹੈ ਨਹੀਂਗਾ ਇਹਨਾਂ ਕੋਲੇ, ਇਹ ਫਰਜ਼ੀ ਆ, ਫਰਜ਼ੀ ਤੌਰ ਤੇ ਟੈਂਪਰ ਕੀਤਾ ਜਿਹਨੂੰ ਆਪਾਂ ਕਹਿ ਸਕਦੇ ਹਾਂ। ਮਤਲਬ ਇੱਕ ਸਾਜ਼ਿਸ਼ ਦੁਬਾਰਾ ਤੋਂ ਰਚੀ ਗਈ। ਜਦੋਂ ਉਹਨੇ ਦੇਖਿਆ ਕਿ ਵੀ ਅਸੀਂ ਫਸਦੇ ਹਾਂ ਤੇ ਉਹਨਾਂ ਨੇ ਇੱਕ ਸਾਜ਼ਿਸ਼ ਰਚੀ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮੈਂ ਫਿਰ IG ਨੂੰ ਚਿੱਠੀ ਲਿਖਤੀ, ਬਈ ਜੀ ਇਹ ਰਿਕਾਰਡ ਇਹਨਾਂ ਕੋਲੇ ਹੈਗਾ ਵਾ, ਇਹ ਜਾਣ ਬੁੱਝ ਕੇ ਮਤਲਬ ਨਹੀਂ ਦੇ ਰਹੇਗੇ, ਇਹ ਰਿਕਾਰਡ ਮੈਨੂੰ ਦਵਾਇਆ ਜਾਵੇ 302 ਦੇ ਮੁਕੱਦਮੇ ਨਾਲ ਸੰਬੰਧਿਤ ਆ। ਤਾਂ IG ਨੇ SSP ਨੂੰ ਕਹਿਤਾ ਕਿ ਰਿਕਾਰਡ ਦਿਓ, ਇਹਦਾ ਕਤਲ ਕੇਸ ਨਾਲ ਸੰਬੰਧਿਤ ਆ। ਅੱਛਾ, ਉਸ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਉਹ ਰਿਕਾਰਡ ਮੈਨੂੰ ਦਿੱਤਾ, ਦੇਖੋ ਜੀ, ਕਿ ਟੀਮ ਬਣਾ ਕੇ ਅਸੀਂ ਇਹ ਰਿਕਾਰਡ ਨਸ਼ਟ ਕਰ ਚੁੱਕਾ, ਜਿਹਨਾਂ ਦੀ ਨਸ਼ਟ ਕਰਨ ਦਾ ਸਬੂਤ ਦੇਤਾ। ਮੈਂ ਫਿਰ ਸੂਚਨਾ ਕਮਿਸ਼ਨ ਕੋਲੇ ਪਹੁੰਚ ਕਰ ਲਈ ਕਿ ਜੀ ਇਹ ਬਿਲਕੁਲ ਝੂਠ ਗੱਲ ਮਾਰਦੇ ਆ। ਆਹ ਦੇਖੋ, ਇੰਨੀ ਤਰੀਕ ਨੂੰ ਹਜੇ ਮਹੀਨਾ ਪਹਿਲਾਂ ਤਾਂ ਇਹ ਕੋਰਟ ਦੇ ਵਿੱਚ ਆਹ ਰਿਕਾਰਡ ਪੇਸ਼ ਕਰਕੇ ਆਇਆ, ਇਹਨਾਂ ਦਾ SHO ਪ੍ਰੀਤਮ ਸਿੰਘ ਤੇ ਸਵਰਨ ਸਿੰਘ, ਆਹ ਦੇਖੋ, ਇਹ ਤਾਂ ਕੋਰਟ 'ਚ ਪੇਸ਼ ਕਰਕੇ ਆਏ, ਇਹ ਝੂਠ ਬੋਲਦੇ ਆ। ਤਾਂ ਫਿਰ ਇਹ ਖਬਰ ਜਿਹੜੀ ਅਖਬਾਰ ਦੇ ਵਿੱਚ ਲੱਗੀ, ਉਹ ਖਬਰ ਇੱਥੇ ਮੈਂ ਤੁਹਾਨੂੰ ਦਿਖਾਉਣਾ ਵਾਂ ਕਿੱਥੇ ਲੱਗੀ ਹੋਈ ਆ। ਅੱਛਾ, ਚਲੋ ਉਹ ਵੀ ਆਪਾਂ ਖਬਰ ਵਿੱਚ ਲੈ ਲੈਂਦੇ ਹੈਗੇ। ਇੱਕ ਗੱਲ ਹੋਰ ਜਾਣਕਾਰੀ ਦਿਓ, ਜਦੋਂ ਤੁਹਾਨੂੰ ਪੇਸ਼ ਕੀਤਾ ਗਿਆ 22 ਤਰੀਕ ਨੂੰ ਸ਼ੋਅ ਕੀਤਾ ਗਿਆ ਰਿਕਾਰਡ ਦੇ ਵਿੱਚ ਕਿ 22 ਤਰੀਕ ਨੂੰ ਤੁਹਾਨੂੰ ਪੇਸ਼ ਗ੍ਰਿਫਤਾਰੀ ਤੁਹਾਡੀ ਪਹਿਲਾਂ ਹੀ ਹੋ ਚੁੱਕੀ ਸੀ, ਉਹਦਾ ਵਿੱਚ ਤੁਹਾਡੇ ਤੇ ਵੀ ਤਸ਼ੱਦਦ ਢਾਏ ਗਏ ਫਿਰ? ਹਾਂ, ਬਿਲਕੁਲ। ਮੈਨੂੰ 21 ਤਰੀਕ ਨੂੰ ਇਹਨਾਂ ਨੇ ਜਗਰਾਓਂ ਦੇ ਨਾਲ ਹੀ ਇੱਕ ਟੌਰਚਰ ਘਰ ਬਣਾਇਆ ਹੋਇਆ ਸੀਗਾ, ਇੱਕ ਸਬੱਦੀ ਪਿੰਡ ਤੇ ਸ਼ੇਰਪੁਰ ਪਿੰਡ ਦੇ ਵਿਚਾਲੇ ਖੇਤਾਂ ਦੇ ਵਿੱਚ। ਉਹ ਬਾਅਦ ਵਿੱਚ ਮੈਂ ਆ ਕੇ ਉਹਦੀ ਪੜਤਾਲ ਕੀਤੀ ਤਾਂ ਉਹ ਕਾਲੇ ਦੌਰ ਦੇ ਵਿੱਚ ਕੁਛ ਮਤਲਬ ਖੇਤ ਦੇ ਵਿੱਚ ਇੱਕ ਕੋਠੀਨੁਮਾ ਘਰ ਸੀ, ਉਹ ਪਰਿਵਾਰ ਉੱਥੋਂ ਛੱਡ ਕੇ ਪੁਲਿਸ ਨੇ ਉਹਦੇ ਤੇ ਕਬਜ਼ਾ ਕੀਤਾ ਹੋਇਆ ਸੀਗਾ। ਉੱਥੇ ਬੈਰੀਅਰ ਵਗੈਰਾ ਲਾ ਕੇ ਇਹਨਾਂ ਨੇ ਟੌਰਚਰ ਘਰ ਬਣਾਇਆ ਹੋਇਆ ਸੀ। ਉੱਥੇ ਹਰ ਤਰ੍ਹਾਂ ਦੇ ਜਿਹੜੇ, ਜਿਵੇਂ ਕਹਿ ਲਈਏ ਵੀ ਜਿਹੜੇ 376 77 ਵਾਲੇ ਜਿਹੜੇ ਅਪਰਾਧਿਕ ਕੰਮ ਇਹ ਥਾਣੇਦਾਰ ਕਰਦਾ ਰਿਹਾ ਵਾ, ਉਹ ਸਾਰੇ ਉੱਥੇ ਹੀ ਹੁੰਦੇ ਸੀਗੇ। ਬੜੇ ਸਬੂਤ ਆ ਸਾਡੇ ਕੋਲ ਇਸ ਗੱਲ ਦੇ, ਸਾਕਸ਼ਾਤ ਉਦਾਹਰਨਾਂ ਵੀ ਨੇ। ਉਹ ਲੋਕ ਚਾਹੁੰਦੇ ਨੇ, ਪਰ ਅਜੇ ਸਮਾਂ ਉਹ ਨਹੀਂ ਹੈਗਾ ਕਿ ਵੀ ਉਹਨਾਂ ਨੂੰ ਪੇਸ਼ ਕਰ ਦਿੱਤਾ ਜਾਵੇ, ਜਾਂ ਉਹ ਵਿਚਾਰੇ ਅਜੇ ਇੰਨੇ ਹੈ ਨਹੀਂ ਕਿ ਕਾਬਲ, ਤੇ ਸਮਾਂ ਆਉਣ 'ਤੇ ਉਹ ਪੇਸ਼ ਕਰਾਂਗੇ। ਹੋਰ ਵੀ ਉਹਦੇ ਨਾਲ ਇੱਥੋਂ ਦੇ ਜਿਹੜੇ ਕੋਈ ਸਿਵਲ ਅਧਿਕਾਰੀ ਵੀ ਇਹਨਾਂ ਦੇ ਨਾਲ ਉਹਦੇ ਸੀਗੇ। ਇਹ ਸਾਰੇ ਸਾਡੇ ਕੋਲ ਸਬੂਤ ਨੇ। ਉੱਥੇ ਅਤਿਆਚਾਰ ਹੋਇਆ, ਮੇਰੇ ਤੇ ਕੁੱਟਮਾਰ ਕੀਤੀ, ਮੇਰੇ ਜਿਵੇਂ ਕਹਿ ਲਈਏ ਵੀ ਲੱਤਾਂ ਪਾੜੀਆਂ ਗਈਆਂ ਤੇ ਕਰੰਟ ਲਾਇਆ। ਉਸ ਤੋਂ ਬਾਅਦ ਇੱਕ ਨਾਲ ਹੀ ਗਾਲਬ ਚੌਂਕੀ ਪੈਂਦੀ ਆ, ਉੱਥੇ ਚੌਂਕੀ ਦੇ ਵਿੱਚ ਰਾਤ ਨੂੰ ਮੈਨੂੰ ਮਤਲਬ ਛੱਡ ਦਿੱਤਾ ਗਿਆ। ਉੱਥੇ ਮੈਨੂੰ ਸਾਰੀ ਰਾਤ ਇਹ ਤੋਰਦੇ ਫਿਰਦੇ ਰਹੇ ਤਾਂ ਕਿ ਵੀ ਖੂਨ ਆ ਜਿਹੜਾ ਉਹ ਜੰਮ ਨਾ ਜਾਵੇ। ਉੱਥੇ ਮੈਨੂੰ ਦਵਾਈ ਵੀ, ਕੁਛ ਮੇਰੇ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਨੋਨ ਕਹਿ ਲਈਏ, ਉਹਨਾਂ ਨੇ ਮੈਨੂੰ ਉੱਥੇ ਦਵਾਈ ਵੀ ਲਿਆ ਕੇ ਦਿੱਤੀ ਆ, ਜਿਹਦੇ ਨਾਲ ਕਿ ਮੇਰਾ ਦਰਦ ਵਗੈਰਾ ਜਿਹੜਾ ਉਹ ਘਟਿਆ। ਉਸ ਤੋਂ ਬਾਅਦ ਫਿਰ ਮੈਂ ਜੇਲ੍ਹ ਦੇ ਵਿੱਚ ਮੈਨੂੰ ਮਤਲਬ ਭੇਜ ਦਿੱਤਾ ਜਾਂਦਾ ਵਾ, ਬਾਰੇ-ਬਾਰ ਮੈਡੀਕਲ ਕਰਾ ਕੇ। ਮੈਨੂੰ ਕਿਸੇ ਡਾਕਟਰ ਕੋਲੇ ਨਹੀਂ ਪੇਸ਼ ਕੀਤਾ। ਔਰ ਹੈਰਾਨੀ ਵਾਲੀ ਗੱਲ ਆ ਕਿ ਤੁਸੀਂ ਹੈਰਾਨ ਹੋਵੋਗੇ ਕਿ ਵੀ ਜਿਹੜੇ ਡਾਕਟਰਾਂ ਤੋਂ ਸਾਈਨ ਹੁੰਦੇ, ਉਹ ਮਤਲਬ 5 ਵਜੇ ਡਾਕਟਰ ਦਾ ਟਾਈਮ ਪਾਇਆ ਹੋਇਆ ਵਾ। ਤੁਸੀਂ ਦੇਖ ਲਓ ਰਿਕਾਰਡ ਦੇ ਵਿੱਚ 5 ਵਜੇ ਡਾਕਟਰ ਨੇ ਟਾਈਮ ਪਾਇਆ ਤੇ ਡਾਕਟਰ ਸਾਹਿਬ ਨੇ ਲਿਖਿਆ ਵੀ ਇਹਦੇ ਕੁਛ ਨਹੀਂ, ਇਹਦੇ ਕੋਈ ਇੰਜਰੀ ਨਹੀਂ, ਨੋ ਇੰਜਰੀ, ਮਤਲਬ ਬਾਡੀ ਦੇ ਉੱਤੇ ਨੋ ਇੰਜਰੀ। ਜਦੋਂ ਕਿ ਮੇਰੀ ਜਿਹੜੀ ਹਾਲਤ ਆ ਉਹ ਇੰਨੀ ਮਾੜੀ ਕਿ ਜੇਲ੍ਹ ਦੇ ਵਿੱਚ ਵੀ ਮੇਰਾ ਘੱਟੋ ਘੱਟ 3-4 ਮਹੀਨੇ ਇਲਾਜ ਚੱਲਦਾ ਰਿਹਾ। ਉਹ ਵੱਖਰੀ ਗੱਲ ਆ ਕਿ ਵੀ ਉਹਦਾ ਰਿਕਾਰਡ ਜਿਹੜਾ ਮਤਲਬ ਉਹ ਮੇਰੇ ਕੋਲੇ ਅਨਅਫੀਸ਼ੀਅਲ ਆ, ਮਤਲਬ 2 ਨੰਬਰ ਦੇ ਵਿੱਚ ਮੇਰੇ ਕੋਲ ਰਿਕਾਰਡ ਆ। ਅਜੇ ਐਜ਼ ਪਰ RTI ਐਕਟ ਜਾਂ ਅਥੈਂਟੀਕੇਟਡ ਰਿਕਾਰਡ ਹੈ ਨਹੀਂਗਾ, ਪਰ ਰਿਕਾਰਡ ਹੈਗਾ ਮੇਰੇ ਕੋਲੇ। ਮੇਰਾ ਕਹਿਣ ਦਾ ਮਤਲਬ ਕਿ ਵੀ ਇਹ ਸਾਰਾ ਜਿਹੜਾ ਤਸ਼ੱਦਦ ਉਹ ਮੈਂ ਝੱਲਿਆ। ਪਰ ਬੜੀ ਇੱਕ ਮੈਂ ਸਾਫ਼ ਗੱਲ ਕਹਿਣੀ ਚਾਹੂੰਗਾ ਵੀ ਅੱਜ ਤੱਕ ਕਿਸੇ ਵੀ ਡਾਕਟਰ ਨੇ ਇੰਨੀ ਹਿੰਮਤ ਨਹੀਂ ਦਿਖਾਈ। ਪਹਿਲੀ ਗੱਲ ਤਾਂ ਜਿਹੜਾ ਤਸ਼ੱਦਦ ਜਿਹਦੇ ਤੇ ਕੀਤਾ ਹੁੰਦਾ, ਵਿਕਟਮ ਕਹਿ ਲਈਏ, ਜਾਂ ਜਿਹਨੂੰ ਪੁਲਿਸ ਨੇ ਫੜਿਆ ਹੁੰਦਾ, ਜਾਇਜ਼ ਨਜਾਇਜ਼ ਹੋਣਾ ਇੱਕ ਅਲੱਗ ਵਿਸ਼ਾ ਵਾ। ਪੁਲਿਸ ਨੇ ਕੁੱਟਿਆ ਹੁੰਦਾ, ਅੱਜ ਵੀ ਇਸ ਗੱਲ ਦਾ ਜਿਹੜਾ ਮੇਰਾ ਦਾਅਵਾ ਵਾ ਇਹ 100% ਸੱਚ ਆ ਕਿ ਪੰਜਾਬ ਦੇ ਥਾਣੇ ਤੇ ਪੰਜਾਬ ਦੇ ਜਿੰਨੇ CIA ਸਟਾਫ ਆ ਇਹ ਬੁੱਚੜਖਾਨੇ ਨੇ। ਇੱਥੇ ਕਰੰਟ ਲਾਇਆ ਜਾਂਦਾ ਵਾ, ਲੱਤਾਂ ਪਾੜੀਆਂ ਜਾਂਦੀਆਂ ਵਾ, 3rd ਡਿਗਰੀ ਟੌਰਚਰ ਕੀਤਾ ਜਾਂਦਾ ਵਾ। ਇੱਕ ਤਾਂ ਕਾਲੇ ਦੌਰ ਦੇ ਵਿੱਚ ਹੋਇਆ, ਪਰ ਉਸ ਟਾਈਮ ਤੋਂ ਬਾਅਦ ਅੱਜ ਵੀ ਤੇ ਪਹਿਲਾਂ ਵੀ ਇਹ ਹੁੰਦਾ ਆਇਆ। ਆਦਤ ਬਣ ਗਈ ਹੈ, ਜਾਨੀ ਕਿ ਆਦਤ ਬਣੀ ਹੋਈ ਆ ਪੁਲਿਸ ਦੀ। ਕਿਉਂਕਿ ਸਾਡੇ ਭਾਰਤ ਦੇ ਵਿੱਚ ਕਿਸੇ ਬੰਦੇ ਦੀ ਜਿਹੜੀ ਇਨਵੈਸਟੀਗੇਸ਼ਨ, ਜਿਹਨੂੰ ਆਪਾਂ ਕਹਿੰਦੇ ਇੰਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ, ਇੱਥੇ ਇੰਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ ਦਾ ਬਾਹਰਲੇ ਦੇਸ਼ਾਂ ਦੇ ਮੁਕਾਬਲੇ ਜਿਹੜਾ ਤਰੀਕਾ ਵਾ ਉਹ ਇੱਕੋ ਇੱਕ ਆ ਕਿ ਬੰਦੇ ਨੂੰ ਢਾਲੋ, ਉਹਨੂੰ ਡਾਂਗਾ ਨਾ ਕੁੱਟੋ, ਉਹਦੇ ਕਰੰਟ ਲਓ, ਉਹਦੀਆਂ ਲੱਤਾਂ ਪਾੜੋ, ਉਹਦੇ ਜੋ ਤੁਸੀਂ ਉਹਦੇ ਤੇ 3rd ਡਿਗਰੀ ਕਰ ਸਕਦੇ ਆ ਉਹ ਕਰ ਦਿਓ। ਕਾਹਤੋਂ
ਕਿਉਂਕਿ ਕਿਸੇ ਡਾਕਟਰ ਦੀ ਇੰਨੀ ਹਿੰਮਤ ਨਹੀਂ ਕਿ ਉਹ ਡਾਕਟਰ, ਪਹਿਲੀ ਗੱਲ ਤਾਂ ਡਾਕਟਰ ਕੋਲੇ ਉਹ ਪੇਸ਼ ਨਹੀਂ ਕਰਨਾ, ਅੰਦਰੋਂ ਸਾਈਨ ਕਰਾ ਕੇ ਲਿਆਂਦੇ ਜਾਂਦੇ ਆ। ਦੂਜੇ ਪਾਸੇ ਜੇ ਕਿਸੇ ਡਾਕਟਰ ਕੋਲੇ ਪੇਸ਼ ਕਰ ਵੀ ਦਿੱਤਾ ਜਾਵੇ, ਕਿਸੇ ਡਾਕਟਰ ਦੀ ਹਿੰਮਤ ਨਹੀਂ ਵੀ ਉਹ ਇਹ ਲਿਖ ਦੇਵੇ ਕਿ ਇਹ ਬੰਦੇ ਨੂੰ ਟੌਰਚਰ ਕੀਤਾ ਵਾ, ਅੱਜ ਤੱਕ ਕਦੇ ਨਹੀਂ। ਇਹਦੀ ਉਦਾਹਰਨ ਆ ਮੇਰੇ ਕੋਲੇ, ਉਹ ਰਿਕਾਰਡ ਆ ਮੇਰੇ ਕੋਲੇ। ਕੀ ਰਿਕਾਰਡ ਆ ਕਿ ਮੰਨ ਲਓ ਵੀ 1 ਸਾਲ ਦੇ ਵਿੱਚ ਇੱਕ ਥਾਣੇ 'ਚ 100 ਮੁਕੱਦਮਾ ਦਰਜ ਹੋਇਆ, ਆਪਾਂ 1000 ਮੁਕੱਦਮਾ ਦਰਜ ਹੋਇਆ, ਆਪਾਂ ਮੰਨ ਲਓ, ਠੀਕ ਆ, 12 ਮਹੀਨਿਆਂ ਦੇ ਵਿੱਚ। ਤਾਂ ਪੰਜਾਬ ਦੇ ਮੰਨ ਲਓ 100 ਥਾਣੇ ਆ, ਤਾਂ 10,000 ਮੁਕੱਦਮਾ ਹੋ ਗਿਆ ਸਾਲ ਦੇ ਵਿੱਚ, ਉਦਾਹਰਨ ਤੌਰ ਤੇ। ਕਦੇ 10,000 ਮੁਕੱਦਮੇ ਦਾ ਤੁਸੀਂ ਮੈਡੀਕਲ ਰਿਕਾਰਡ ਚੈੱਕ ਕਰ ਲਓ, ਕਦੇ ਕਿਸੇ ਡਾਕਟਰ ਨੇ ਇਹ ਲਿਖਿਆ ਹੋਵੇ ਕਿ ਆਹ ਬੰਦਾ ਟੌਰਚਰ ਕੀਤਾ। ਦੂਜੇ ਪਾਸੇ ਤੁਸੀਂ ਉਹਨੂੰ ਫਿਜ਼ੀਕਲੀ ਕਦੇ ਮੀਡੀਆ ਦੇ ਤੌਰ ਤੇ ਚੈੱਕ ਕਰ ਲਿਓ, ਤੁਸੀਂ ਮੀਡੀਆ ਜਿਹੜੀਆਂ ਇਲੈਕਟ੍ਰੋਨਿਕ ਮੀਡੀਆ ਟੈਲੀਵਿਜ਼ਨਾਂ ਦੇ ਉੱਤੇ ਦੇਖ ਲਿਓ, ਤੇ ਉਹ ਬੰਦੇ ਦੀ ਹਾਲਤ ਆ ਜਿਹੜੀ ਉਹ ਕੀ ਹੁੰਦੀ ਹੈ ਜਦੋਂ ਉਹਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਤੇ ਜਦੋਂ ਉਹਨੂੰ ਅਦਾਲਤ 'ਚ ਪੇਸ਼ ਕੀਤਾ ਜਾਂਦਾ। ਹੈਰਾਨੀ ਵਾਲੀ ਗੱਲ ਤਾਂ ਇਹ ਵੀ ਆ ਕਿ ਮਾਨਯੋਗ ਸਾਡੇ ਜੱਜ ਸਾਹਿਬ, ਉਹਨਾਂ ਨੂੰ ਵੀ ਦਿਸ ਰਿਹਾ ਹੁੰਦਾ ਵਾ ਕਿ ਇਹ ਬੰਦੇ ਦੀ ਕੁੱਟ-ਕੁੱਟ ਕੇ ਹਾਲਤ ਕੀ ਕੀਤੀ ਹੋਈ ਆ, ਪਰ ਕਿਉਂਕਿ ਸਾਨੂੰ ਪਤਾ ਵੀ ਜਿਹੜੀ ਕਾਨੂੰਨ ਦੀ ਦੇਵੀ ਆ, ਉਹਦੀਆਂ ਅੱਖਾਂ ਦੇ ਉੱਤੇ ਐਂ ਪੱਟੀ ਬੰਨੀ ਹੋਈ ਆ ਕਾਲੇ ਰੰਗ ਦੀ, ਤੇ ਉਹ ਦੇਖਦੇ ਹੋਏ ਵੀ ਵਿਚਾਰੇ ਚੁੱਪ ਹੁੰਦੇ ਆ, ਅਣਦੇਖਿਆ, ਕਿਉਂਕਿ ਕਾਨੂੰਨ ਕਹਿੰਦਾ ਵਾ ਕਿ ਉਹ ਬੋਲ ਨਹੀਂ ਸਕਦੇ। ਸਿਸਟਮ ਹੀ ਸਾਡਾ ਇਹੋ ਜਿਹਾ ਵਾ। ਸਾਡਾ ਸਿਸਟਮ ਤਾਂ ਇਹ ਹੈ ਵੀ ਜੱਜ ਦੇ ਸਾਹਮਣੇ ਕੋਈ ਵਾਰਦਾਤ ਹੋ ਜੇ ਤਾਂ ਵੀ ਸਬੂਤ ਮੰਗਿਆ ਜਾਊਗਾ, ਉਹਨੂੰ ਸਜ਼ਾ ਦੇਣ ਵਾਸਤੇ ਦੋਸ਼ੀ ਨੂੰ ਸਬੂਤ ਮਤਲਬ ਮਿਸਲ ਤੇ ਸਬੂਤ ਮੰਗਿਆ ਜਾਊਗਾ, ਇਹ ਨਹੀਂ ਕਿ ਉਹਨੂੰ ਸਿੱਧੀ ਸਜ਼ਾ ਸੁਣਾ ਦਿੱਤੀ ਜਾਊਗੀ। ਸਿਸਟਮ ਆ ਸਾਡਾ ਇਹ ਘਟੀਆ, ਮਾੜਾ, ਕਰਪਟ ਸਿਸਟਮ ਆ। ਉਸ ਥਾਣੇਦਾਰ ਤੇ ਜੇ ਅਸੀਂ ਗੱਲ ਕਰੀਏ, ਕੋਈ ਤੁਹਾਡੇ ਇਸ ਕੇਸ ਤੋਂ ਬਾਅਦ ਜੋ ਤੁਸੀਂ ਬਰੀ ਹੋ ਗਏ ਆ, ਉਸ 'ਤੇ ਕੋਈ ਕਾਰਵਾਈ ਹੋਈ ਕਿ ਤੂੰ ਇੱਕ ਨਿਰਦੋਸ਼ ਵਿਅਕਤੀ ਨੂੰ ਖੱਜਲ ਖੁਆਰ ਕੀਤਾ, ਉਹਨੂੰ ਜੇਲ੍ਹ ਤੱਕ ਵੀ ਕਟਾ ਦਿੱਤੀ, ਕੋਈ ਉਸ 'ਤੇ ਕਾਰਵਾਈ ਹੋਈ? ਇਸ ਮੇਰੇ ਸਾਰੇ ਕੇਸ ਦੇ ਵਿੱਚ ਜਿੰਨਾ ਵੀ ਮੈਂ ਇਹ ਰਿਕਾਰਡ ਇਕੱਠਾ ਕੀਤਾ, ਚਲੋ ਕੁਛ ਕੁ ਤੁਹਾਨੂੰ ਦੱਸਦਾ, ਹੋਰ ਬਹੁਤ ਸਾਰੇ ਪੁਆਇੰਟ, ਬੜਾ ਰਿਕਾਰਡ ਆ, ਹੈ ਨਾ। ਇਹ ਸਾਰਾ ਇਕੱਠਾ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ। ਆ ਦੇਖੋ, 10,000 ਚਿੱਠੀਆਂ ਮੈਂ ਜੇਲ੍ਹ ਦੇ ਵਿੱਚ ਬੈਠ ਕੇ 3 ਸਾਲਾਂ ਦੇ ਵਿੱਚ ਜਦੋਂ ਮੈਂ ਜੇਲ੍ਹ ਦੇ ਵਿੱਚ ਰਿਹਾ, ਤਾਂ 10,000 ਚਿੱਠੀਆਂ ਮੈਂ ਉਹ 'ਚ ਲਿਖੀਆਂ, ਬਾਹਰ ਆ ਕੇ ਚਿੱਠੀਆਂ ਲਿਖੀਆਂ। ਅੱਜ ਤੱਕ ਕੋਈ 35,000 ਚਿੱਠੀਆਂ ਮੈਂ ਇਹ ਲਿਖ ਚੁੱਕਿਆ ਵਾਂ। ਇਹ ਅੱਧਾ ਰਿਕਾਰਡ ਹਜੇ ਤੁਹਾਨੂੰ ਮੇਰੇ ਹਿਸਾਬ ਨਾਲ ਦਿਸ ਰਿਹਾ ਵਾ, ਕਿਉਂਕਿ ਅੱਧਾ ਰਿਕਾਰਡ ਮੈਂ ਜਿਹੜੀਆਂ ਓਰੀਜਨਲ ਤਸਦੀਕਸ਼ੁਦਾ ਅਥੈਂਟੀਕੇਟਡ ਰਿਕਾਰਡ ਆ ਉਹ ਮੈਂ ਸੇਵ ਕੀਤਾ ਹੋਇਆ ਵਾ, ਕਿਉਂਕਿ ਮੈਨੂੰ ਯਕੀਨ ਨਹੀਂ ਕਿ ਇਹ ਇੱਥੇ ਸੇਫ ਆ। ਤੁਸੀਂ ਸਮਝਦੇ ਹੋ ਵੀ ਮੈਂ ਕੀ ਕਹਿਣਾ ਚਾਹੁੰਦਾ ਵਾਂ। ਮੇਰਾ ਕਹਿਣ ਦਾ ਮਤਲਬ ਇਹ ਅੱਧਾ ਰਿਕਾਰਡ ਤੁਸੀਂ ਦੇਖ ਰਹੇ ਹੋ, 35,000 ਚਿੱਠੀਆਂ ਲਿਖੀਆਂ, ਸਾਰੇ ਤੱਥ, ਗੁਨਾਹ, ਝੂਠ, ਇਹ ਸਾਰਾ ਐਜ ਪਰ ਰਿਕਾਰਡ ਮੈਂ ਆਪਦੇ ਕੋਲੋਂ ਨਹੀਂ ਬਣਾਇਆ। ਇਹ ਇਹਨਾਂ ਤੋਂ ਹੀ ਆਰਟੀਆਈਆਂ ਲਿਖ ਲੈ ਕੇ ਇਹਨਾਂ ਤੋਂ ਤਸਦੀਕਸ਼ੁਦਾ ਨਿਕਲਾ, ਪੁਲਿਸ ਦੇ ਦਫ਼ਤਰ ਤੋਂ ਮੈਂ ਇਕੱਠਾ ਕੀਤਾ ਇਹ ਰਿਕਾਰਡ, ਜਿਹਦੇ ਵਿੱਚ ਅੱਜ ਤੱਕ ਮੈਂ 500 ਤੋਂ ਵੱਧ ਪੁਲਿਸ ਅਫਸਰਾਂ ਨੂੰ ਸੂਚਨਾ ਕਮਿਸ਼ਨ ਕੋਲੇ ਤਲਬ ਕਰਾ ਕੇ ਇਹ ਰਿਕਾਰਡ ਇਕੱਠਾ ਕੀਤਾ। ਔਰ ਤੁਹਾਨੂੰ ਇਹ ਗੱਲ ਮੈਂ ਇੱਕ ਜਾਣਕਾਰੀ ਦੇ ਦਾਂ ਕਿ ਇੱਕ ਜਿਹੜਾ ਜਿਮਨੀ ਰਿਕਾਰਡ ਉਹ ਤੁਸੀਂ ਦੇਖਿਆ ਜਿਹਦੇ ਵਿੱਚ ਰੇਡਾਂ ਮਾਰੀਆਂ ਦਿਖਾਉਂਦੇ ਆ, ਉਹ ਜਿਮਨੀ ਰਿਕਾਰਡ ਲੈਣ ਵਾਸਤੇ ਸੂਚਨਾ ਕਮਿਸ਼ਨ ਕੋਲੇ 2.5 ਸਾਲ ਕੇਸ ਚੱਲਿਆ। 2.5 ਸਾਲਾਂ ਦੇ ਵਿੱਚ 3 ਜਿਹੜੇ ਜੱਜ ਸੀਗੇ, ਆਪਣੇ RS ਨਾਗੀ, ਚੰਦਰ ਪ੍ਰਕਾਸ਼ ਜੀ, ਹੈਰੀ ਮਾਨ, ਇਹਨਾਂ 3 ਜੱਜਾਂ ਨੇ ਜਾਣੀ ਦੀ ਸੂਚਨਾ ਕਮਿਸ਼ਨਰਾਂ ਨੇ ਫੁੱਲ ਬੈਂਚ ਬਣਾ ਕੇ ਉਸ ਟਾਈਮ ਦੇ SSP ਅਸ਼ੀਸ਼ ਚੌਧਰੀ ਨੂੰ 45,000 ਰੁਪਈਆ ਜੁਰਮਾਨਾ ਕੀਤਾ, ਜਿਹੜਾ ਕਿ ਮੁੱਖ ਜ਼ਿੰਮੇਵਾਰ ਆ ਇਸ ਗੱਲ ਲਈ ਕਿ ਬਈ ਇਹ ਰਿਕਾਰਡ ਜਾਣ ਬੁੱਝ ਕੇ ਨਹੀਂ ਦਿੱਤਾ, 3 ਸਾਲ ਜਾਣ ਬੁੱਝ ਕੇ ਖਰਾਬ ਕੀਤਾ। ਉਸ ਤੋਂ ਬਾਅਦ ਉਹਦੇ ਨਾਲ ਵਿਚਾਰਾ SHO ਵੀ ਖਾਮਖਾ ਫਸਿਆ, ਜਿਹੜਾ ਕਿ ਹਾਲਾਂਕਿ ਉਹਦਾ ਕੋਈ ਸਿੱਧੇ ਰੂਪ 'ਚ ਦੋਸ਼ ਨਹੀਂ ਸੀ, ਪਰ ਕਿਉਂਕਿ ਉਹ SSP ਦਾ ਜਿਵੇਂ ਕਹਿ ਲਈਏ ਵੀ ਦੇ ਕਹਿਣ 'ਤੇ ਉਹਨੇ ਇਨਕਾਰੀ ਹੋਇਆ, ਪਰ ਉਹਨੂੰ ਵੀ 45,000 ਰੁਪਈਆ, ਜਾਣੀ ਦੀ ਦੋਨਾਂ ਨੂੰ 45,000 ਰੁਪਈਆ ਜੁਰਮਾਨਾ ਹੋਇਆ। ਇਹ ਸਾਰੇ ਰਿਕਾਰਡ ਦੇ ਆਧਾਰ 'ਤੇ ਫਿਰ ਮੈਂ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਤੇ ਨੈਸ਼ਨਲ ਕਮਿਸ਼ਨ ਫਾਰ ਹਿਊਮਨ ਰਾਈਟਸ ਦਿੱਲੀ ਪਹੁੰਚ ਕੀਤੀ। ਤਾਂ ਹਿਊਮਨ ਰਾਈਟਸ ਕਮਿਸ਼ਨ ਨੇ ਪੰਜਾਬ ਕਮਿਸ਼ਨ ਦੀ ਡਿਊਟੀ ਲਾਈ, ਉੱਥੇ DGP ਸਰਦਾਰ ਰਜਿੰਦਰ ਸਿੰਘ ਜੀ ਬੜੇ ਕਾਬਲ ਤੇ IPS ਅਧਿਕਾਰੀ ਸੀਗੇ। ਉਹਨਾਂ ਨੂੰ ਜਦੋਂ ਮੈਂ ਪਤਾ ਲੱਗਿਆ ਕਿ ਵੀ ਇਸ ਬੰਦੇ ਨੇ ਇੰਨੀਆਂ ਚਿੱਠੀਆਂ ਲਿਖ ਕੇ ਰਿਕਾਰਡ ਇਕੱਠਾ ਕੀਤਾ ਵਾ, ਮੈਂ ਇੱਕ ਗੱਲ ਸਾਬਤ ਕੀਤੀ ਕੇਸ ਦੀ ਪਹਿਲੇ ਦਿਨ ਤੋਂ ਲੈ ਕੇ ਐਂਡ ਤੱਕ, ਬਰੀ ਹੋਣ ਤੱਕ ਇੱਕ ਗੱਲ ਮੈਂ ਝੂਠੀ ਸਾਬਤ ਕੀਤੀ। ਤਾਂ ਉਹ ਹੈਰਾਨ ਹੋਏ ਕਿ ਵੀ ਇੰਨੀ ਮਿਹਨਤ ਕੀਤੀ ਬੰਦੇ ਨੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ। ਤਾਂ ਉਹਨਾਂ ਨੇ ਫਿਰ ਮੈਨੂੰ ਇੱਕ ਪੰਜਾਬ ਪੁਲਿਸ ਰੂਲ ਦੀ ਧਾਰਾ ਵਾ, ਜਿਹਦੇ ਤਹਿਤ CC1 ਕਮੈਂਡੇਸ਼ਨ ਸਰਟੀਫਿਕੇਟ ਕਲਾਸ 1 ਉਹ ਦੇਣਾ ਹੁੰਦਾ। ਇਹ ਅਕਸਰ ਕੋਈ DGP ਰੈਂਕ ਦਾ ਅਫਸਰ ਕਿਸੇ ASI ਨੂੰ, ਕਿਸੇ DSP ਨੂੰ ਉਦੋਂ ਦਿੰਦਾ ਵਾ ਜਦੋਂ ਉਹਨੇ ਕੋਈ ਬਹੁਤ ਵਧੀਆ ਕੰਮ ਕੀਤਾ ਹੁੰਦਾ, ਕਿਸੇ ਕਾਬਲੀਅਤ ਦਾ ਸਬੂਤ ਦਿੱਤਾ ਹੁੰਦਾ। ਤੇ DGP ਸਾਹਿਬ ਨੇ ਇਹ ਜਿਹੜਾ ਸਰਟੀਫਿਕੇਟ ਆ CC1 ਦਾ,
ਉਹ ਮੈਨੂੰ ਦਿੱਤਾ। ਉਹ ਇਸ ਕਰਕੇ ਦਿੱਤਾ ਕਿ ਬਈ ਮੈਂ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ, ਉਹਨਾਂ ਨੇ ਲਿਖਿਆ ਪ੍ਰਸ਼ੰਸਾ ਪੱਤਰ ਦੇ ਵਿੱਚ ਕਿ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਸਾਥ ਦਿੱਤਾ ਸੱਚਾਈ ਨੂੰ ਸਾਹਮਣੇ ਲਿਆਉਣ ਵਾਸਤੇ। ਦੂਜੇ ਪਾਸੇ ਉਹਨਾਂ ਨੇ ਆਪਦੀ ਇਸ ਜਿਹੜੇ ਰਿਕਾਰਡ ਦੇ ਆਧਾਰ ਤੇ ਜਿਹੜੀ ਰਿਪੋਰਟ ਤਿਆਰ ਕੀਤੀ, ਉਹਦੇ ਵਿੱਚ ਉਹਨਾਂ ਨੇ ਨਜਾਇਜ਼ ਹਰਾਸਤ ਨੂੰ ਸਾਬਤ ਕਰਦੇ ਹੋਏ ਮੌਕੇ ਦੇ ਐਸਐਸਪੀ ਰਾਜੀਵ ਅਹੀਰ, ਜਿਹੜਾ ਕਿ ਅੱਜ ਕੱਲ੍ਹ IB ਦਿੱਲੀ ਇੰਟੈਲੀਜੈਂਸ ਬਿਊਰੋ ਦੇ ਵਿੱਚ ਜੁਆਇੰਟ ਡਾਇਰੈਕਟਰ ਆ, ਜਿਹੜਾ ਇਹਨੂੰ ਬਚਾਉਣ ਦੇ ਵਿੱਚ ਆਪਦਾ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਉਂਦਾ ਵਾ, ਲੀਡਰਾਂ ਨੂੰ ਕਹਿੰਦਾ ਵੀ ਬਚਾਓ ਇਹਨੂੰ, ਕਿਉਂਕਿ ਉਹਨੂੰ ਪਤਾ ਵਾ ਜੇ ਇਹ ਬਚੂਗਾ ਤਾਂ ਮੈਂ ਬਚਿਆ ਵਾਂ, ਤੇ ਜੇ ਇਹ ਫਸ ਗਿਆ ਤੇ ਫਿਰ ਮੈਂ ਵੀ ਤਾਂ ਫਸ ਗਿਆ ਨਾ। ਇਸ ਕਰਕੇ ਉਹਨੂੰ ਬਚਾਉਣ ਦੇ ਵਿੱਚ ਉਹਨੂੰ ਤੇ ਵੀ ਕਟਹਿਰੇ 'ਚ ਖੜਾ ਕੀਤਾ। ਉਸ ਟਾਈਮ ਦੇ DSP ਨੂੰ ਕਟਹਿਰੇ 'ਚ ਖੜਾ ਕੀਤਾ ਤੇ SHO ਨੂੰ ਤਾਂ ਕਟਹਿਰੇ 'ਚ ਖੜਾ ਕਰਨਾ ਹੀ ਕਰਨਾ ਸੀਗਾ। ਮਤਲਬ ਕਹਿਣ ਦਾ ਕਿ ਇਹ ਰਿਪੋਰਟਾਂ ਦੇ ਆਧਾਰ ਤੇ ਇੰਟੈਲੀਜੈਂਸ ਦੀ ਰਿਪੋਰਟ ਹੈਗੀ, ਇਹ ਹੋ ਗਈ। ਫਿਰ SC ਕਮਿਸ਼ਨ ਨੇ ਕ੍ਰਾਈਮ ਬ੍ਰਾਂਚ ਤੋਂ ਸਾਰਾ ਕੁਝ ਵੈਰੀਫਾਈ ਕਰਾਇਆ। ਇਹ ਸਾਰੀਆਂ ਰਿਪੋਰਟਾਂ ਦੇ ਆਧਾਰ ਤੇ 2018 ਦੇ ਵਿੱਚ ਨੈਸ਼ਨਲ SC ਕਮਿਸ਼ਨ ਨੇ ਇਹਨਾਂ ਸਾਰਿਆਂ ਦੇ ਉੱਤੇ ਪਰਚਾ ਦਰਜ ਕਰਨ ਵਾਸਤੇ ਰਜਿਸਟਰਡ ਦਾ ਕੇਸ ਐਂਡ ਇਨਵੈਸਟੀਗੇਟ ਇਹ ਆਰਡਰ ਕੀਤਾ, ਤੇ ਨਾਲ ਹੋਮ ਸੈਕਟਰੀ ਨੂੰ ਤਾਰਾ ਕੀਤਾ ਕਿ ਇਸ ਪਰਿਵਾਰ ਨੂੰ 20 ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਵੇ। ਪਰ ਦੁੱਖ ਦੀ ਗੱਲ ਆ, ਅੱਜ ਤੱਕ ਇਹ ਆਰਡਰ ਲਾਗੂ ਨਹੀਂ ਹੋਏ। ਆਰਡਰ ਹੀ ਰਹਿ ਗਏ। ਆਰਡਰ ਰਹਿ ਗਏ, ਸਿਰਫ ਕਾਗਜ਼ ਬਣ ਕੇ ਰਹਿ ਗਏ ਨੇ। ਹੁਣ ਕੀ ਮੰਗ ਕਰਦੇ ਹੋ ਤੁਸੀਂ ਇਕਬਾਲ ਸਿੰਘ ਜੀ? ਕਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਨਸਾਫ ਮਿਲ ਸਕਦਾ? ਹੁਣ ਜਿਹੜੀ ਮਤਲਬ ਮੈਨੂੰ ਉਮੀਦ ਬਣੀ ਹੋਈ ਆ, ਉਹ ਨੈਸ਼ਨਲ SC ਕਮਿਸ਼ਨ ਤੋਂ ਬਣੀ ਹੋਈ ਆ। ਰਾਜਕੁਮਾਰ ਬੇਰਕਾ ਜਦੋਂ ਇਨਕੁਆਰੀ ਲੱਗੀ ਆ, ਉਦੋਂ ਵਾਈਸ ਚੇਅਰਮੈਨ ਸੀਗੇ। ਇਨਕੁਆਰੀ ਲੱਗੀ ਔਰ ਇਨਕੁਆਰੀਆਂ ਹੋਈਆਂ, ਰਿਪੋਰਟਾਂ ਗਈਆਂ, 2018 ਦੇ ਵਿੱਚ ਆਰਡਰ ਆ ਗਿਆ। ਤਾਂ 2020 ਦੇ ਵਿੱਚ ਕਰੋਨੇ ਤੋਂ ਪਹਿਲਾਂ 16/3/2020 ਨੂੰ ਨੈਸ਼ਨਲ SC ਕਮਿਸ਼ਨ ਦੇ ਉਸ ਟਾਈਮ ਦੇ ਚੇਅਰਮੈਨ ਪ੍ਰੋਫੈਸਰ ਰਾਮ ਸ਼ੰਕਰ ਕਠੇਰੀਆ ਨੇ ਪੁਲਿਸ DGP ਨੂੰ, SSP ਨੂੰ ਉੱਥੇ ਤਲਬ ਕੀਤਾ। ਤਲਬ ਕਰਕੇ ਉਹ ਤੋਂ ਇਹ ਪੁੱਛਿਆ ਕਿ ਵੀ ਤੁਸੀਂ ਪਰਚਾ ਦਰਜ ਹੁਣ ਤੱਕ ਕਿਉਂ ਨਹੀਂ ਕੀਤਾ। ਪਰ ਉਹਨਾਂ ਨੇ ਇਹ ਪੁਲਿਸ ਅਧਿਕਾਰੀਆਂ ਦੇ ਵਿੱਚੋਂ ਕੋਈ ਨਹੀਂ ਉੱਥੇ ਪਹੁੰਚਿਆ, ਮੈਂ ਇਕੱਲਾ ਹੀ ਸੀ। ਇੱਧਰੋਂ ਇੱਕ ਹੌਲਦਾਰ ਗਿਆ ਵਿਚਾਰਾ, ਉਹਨਾਂ ਨੇ ਦੁਬਾਰਾ ਆਰਡਰ ਕੀਤਾ। ਪਰ ਕਰੋਨੇ ਕਰਕੇ ਉਹ ਆਰਡਰ ਸਟਿਲ ਮਤਲਬ ਪੈਂਡਿੰਗ ਰਹਿ ਗਿਆ, ਕਿਉਂਕਿ ਰਿਕਾਰਡ ਤੇ ਨਹੀਂ ਨਿਕਲਿਆ। ਕਰੋਨੇ ਕਾਰਨ ਉਹ ਮਤਲਬ ਜਿਹੜਾ ਦਫ਼ਤਰ ਉਹ ਬੰਦ ਹੋ ਗਿਆ। ਉਸ ਤੋਂ ਬਾਅਦ ਕਮਿਸ਼ਨ ਰਿਟਾਇਰ ਹੋ ਗਿਆ। ਹੁਣ ਦੁਬਾਰਾ ਤੋਂ ਜਿਹੜਾ ਕਮਿਸ਼ਨ ਆ ਉਹ ਕਾਰਵਾਈ ਕਰ ਰਿਹਾ। ਰੀਸੈਂਟਲੀ ਪਿਛਲੇ ਮਹੀਨੇ ਐਸੇ ਮਹੀਨੇ ਹੀ 17 ਤਰੀਕ ਨੂੰ IG ਲੁਧਿਆਣਾ, ਕਮਿਸ਼ਨਰ ਆਫ ਡਿਵੀਜ਼ਨਲ ਕਮਿਸ਼ਨਰ ਪਟਿਆਲਾ ਤੇ DGP ਦਫ਼ਤਰ ਨੂੰ, ADGP ਕ੍ਰਾਈਮ ਨੂੰ, ਇਹਨਾਂ ਨੂੰ ਉੱਥੇ ਤਲਬ ਕੀਤਾ ਸੀਗਾ ਇਸੇ ਗੱਲ ਵਾਸਤੇ ਕਿ ਵੀ ਹੁਣ ਤੁਹਾਨੂੰ ਸ਼ੱਕ ਕੀ ਆ, ਕਾਹਤੋਂ ਨਹੀਂ ਤੁਸੀਂ ਪਰਚਾ ਦਰਜ ਕਰ ਦੇਗੇ। ਦੂਜੇ ਪਾਸੇ ਪੁਲਿਸ ਦਾ ਜਿਹੜਾ ਆਪਾਂ ਰਿਕਾਰਡ ਦੇ ਆਧਾਰ ਤੇ ਗੱਲ ਕਰੀਏ ਤਾਂ ਪੁਲਿਸ ਕੀ ਕਰ ਰਹੀ ਆ, ਇੱਕ ਮੈਂ ਦਿਖਾਉਣਾ ਚਾਹੂੰਗਾ। ਆ ਦੇਖੋ, ਇੱਕ ਲਿਖਿਆ ਹੋਇਆ ਬੜਾ ਸਾਫ਼, ਸੌਰੀ ਉਧਰਲੇ ਪਾਸੇ ਹੋਣਾ, ਇਹਨਾਂ ਨੇ ਮਤਲਬ ਸਾਫ਼ ਲਿਖਿਆ ਹੋਇਆ ਵਾ ਕਿ ਬਈ ਕਮਿਸ਼ਨ ਦੇ ਜਿਹੜੇ 2 ਆਰਡਰ ਨੇ, ਅਸੀਂ ਦੋਨਾਂ ਚੋਂ ਕਿਹੜੇ ਨੂੰ ਲਾਗੂ ਕਰਨਾ ਵਾ। ਪਹਿਲਾਂ ਇਹ ਗੱਲ DGP ਤੋਂ ਪੁੱਛੀ ਗਈ ਤੇ DGP ਤੋਂ ਬਾਅਦ ਹੁਣ ਇਹ ਗੱਲ ਕਮਿਸ਼ਨ ਨੂੰ ਪੁੱਛੀ ਹੋਈ ਆ। ਹੁਣ ਅਗਲੀ ਸ਼ਾਇਦ ਜਲਦੀ ਹੀ ਕੋਈ ਉਹ ਸੁਣਵਾਈ ਕਰ ਰਹੇ ਆ, ਉਹਦੇ ਉੱਤੇ ਫਿਰ ਮਤਲਬ ਇਹਨਾਂ ਅਫਸਰਾਂ ਨੂੰ ਪੁੱਛਿਆ ਜਾਊਗਾ। ਮੈਨੂੰ ਪਤਾ ਲੱਗਿਆ ਵਾ ਅਨਫੀਸ਼ੀਅਲੀ ਵੀ ADGP ਅਰਪਤ ਸ਼ੁਕਲਾ ਉੱਥੇ ਜਾ ਕੇ ਆਏ ਆ, ਇਹਨਾਂ ਅਧਿਕਾਰੀਆਂ ਵੱਲੋਂ ਪੇਸ਼ ਹੋਏ ਆ। ਮੈਨੂੰ ਉਮੀਦ ਆ, ਜੇਕਰ ਦੂਜੀ ਉਮੀਦ ਮੈਨੂੰ ਇਹ ਜਿਹੜਾ ਤੀਜਾ ਥੰਮ ਮੀਡੀਆ ਵਾ ਉਹਦੇ ਤੋਂ ਆ, ਕਿਉਂਕਿ ਮੀਡੀਆ ਨੇ ਬਹੁਤ ਸਾਥ ਦਿੱਤਾ ਵਾ। ਅੱਗੇ ਵੀ ਮੈਨੂੰ ਉਮੀਦ ਆ, ਕਿਉਂਕਿ ਆਵਾਜ਼ ਆ ਜਿਹੜੀ ਉਹ UNO ਤੱਕ ਉੱਠ ਰਹੀ ਆ। ਇਸ ਆਵਾਜ਼ ਦੇ ਵਿੱਚੋਂ ਜਿਹੜੀ ਉੱਠ ਰਹੀ ਲੋਕ ਆਵਾਜ਼ ਆ, ਜਿਹੜੀ ਤੁਹਾਡੇ ਤਾਂ ਚੈਨਲ ਦਾ ਨਾਂ ਹੀ ਲੋਕ ਮਤਲਬ ਆਵਾਜ਼ ਆ, ਤੇ ਜਿਹੜੀ ਸੱਚਮੁੱਚ ਆਵਾਜ਼ ਉੱਠ ਰਹੀ ਆ ਉਹਦੇ ਚੋਂ ਕਿਤੇ ਨਾ ਕਿਤੇ ਕੋਈ ਉਮੀਦ ਜਾਗਦੀ ਆ, ਉਮੀਦ ਦੀ ਕਿਰਨ ਜਾਗਦੀ ਆ। ਬੇਸ਼ੱਕ ਸਿਸਟਮ ਭ੍ਰਿਸ਼ਟ ਆ, ਅਪਰੋਚੇਬਲ ਬੰਦਾ ਵਾ, ਉਹਦੇ ਵੱਡੇ ਵੱਡੇ ਲੀਡਰਾਂ ਨਾਲ ਔਰ ਜਿਵੇਂ ਕਹਿ ਲਈਏ ਵੀ ਇਸ ਸਰਕਾਰ ਦੇ ਵਿੱਚ ਵੱਡਾ ਹੱਥ ਆ, ਮੋਤੀ ਮਹਿਲ ਦੀ ਸਰਪ੍ਰਸਤੀ ਆ, ਪਰ ਬਾਵਜੂਦ ਇਸ ਦੇ ਜਿਹੜਾ ਰੱਬ ਆ ਉਹ ਇਦੋਂ ਵੱਡਾ ਵਾ। ਤੇ ਮੈਨੂੰ ਉਮੀਦ ਆ ਉਸ ਤੋਂ ਵੀ ਅੱਗੇ ਫਿਰ ਸਾਡਾ ਚੌਥਾ ਥੰਮ ਜੁਡੀਸ਼ੀਅਲ ਸਿਸਟਮ ਬੈਠਾ ਵਾ। ਅਜੇ ਉੱਥੇ ਤਾਂ ਮੈਂ ਪਹੁੰਚ ਕਰਨੀ ਆ, ਪਰ ਮੈਨੂੰ ਉਮੀਦ ਆ ਵੀ ਇੱਥੋਂ ਇਨਸਾਫ ਹੋ ਸਕਦਾ ਮਿਲ ਜੇ। ਤਾਂ ਤੁਸੀਂ ਕਹਾਣੀ ਸੁਣੀ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਝੂਠਾ ਮੁਕੱਦਮਾ ਦਾਇਰ ਕੀਤਾ, ਕਿਵੇਂ ਝੂਠੀਆਂ ਰੇਡਾਂ ਮਾਰੀਆਂ ਗਈਆਂ, ਕਿਵੇਂ ਝੂਠੇ ਗਵਾਹ ਪੇਸ਼ ਕੀਤੇ ਗਏ। ਹਰ ਇੱਕ ਚੀਜ਼ ਝੂਠ ਦੇ ਆਧਾਰ ਤੇ ਖੜੀ ਹੈ। ਤਾਂ ਸਿਆਣੇ ਕਹਿੰਦੇ ਆ ਕਿ ਝੂਠ ਦੀ ਬੁਨਿਆਦ ਨਹੀਂ ਹੁੰਦੀ, ਝੂਠ ਦੇ ਪੈਰ ਨਹੀਂ ਹੁੰਦੇ, ਝੂਠ ਨੇ ਇੱਕ ਨਾ ਇੱਕ ਦਿਨ ਸਾਹਮਣੇ ਆ ਜਾਣਾ ਹੈ। ਸੱਚ ਆ ਜਿਹੜਾ ਉਹ ਸਾਹਮਣੇ ਆ ਕੇ ਰਹਿੰਦਾ ਹੈ।
10 ਸਾਲ ਦੀ ਖੱਜਲ ਖੁਆਰੀ ਤੋਂ ਬਾਅਦ ਆਪਣੇ ਆਪ ਨੂੰ ਬੇਗੁਨਾਹ ਸਾਬਤ ਕੀਤਾ ਹੈ। ਅਜਿਹੇ ਕੇਸ ਤੁਹਾਨੂੰ ਪੰਜਾਬ ਦੇ ਹਰ ਪਿੰਡ ਦੇ ਵਿੱਚ ਮਿਲਣਗੇ, ਹਰ ਪਿੰਡ ਦੇ ਵਿੱਚ ਕਈ ਕੇਸ ਮਿਲਣਗੇ ਜਿਨ੍ਹਾਂ ਦੇ ਵਿੱਚ ਪੁਲਿਸ ਵਾਲਿਆਂ ਵੱਲੋਂ ਜਾਂ ਤਾਂ ਨਿੱਜੀ ਰੰਜਿਸ਼ ਤਹਿਤ ਜਾਂ ਪੋਲੀਟੀਕਲ ਬੰਦਿਆਂ ਦੇ ਕਹਿਣ ਤੇ ਜਾਂ ਕੁਝ ਹੋਰ ਕਾਰਨਾਂ ਕਰਕੇ ਨਜਾਇਜ਼ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸਾੜਿਆ ਜਾ ਰਿਹਾ ਹੈ। ਕੌਣ ਸੁਣਵਾਈ ਕਰੇਗਾ ਉਹਨਾਂ ਦੀ, ਕੌਣ ਉਹਨਾਂ ਨੂੰ ਇਨਸਾਫ ਦਿਵਾਵੇਗਾ, ਇਹ ਤਾਂ ਰੱਬ ਦੀ ਜੇਕਰ ਆਸਰੇ ਫਿਰ ਰਹੇ ਆ ਸਾਰੇ ਲੋਕ। ਇਸ ਵੀਰ ਨੇ ਕਹਾਣੀ ਦੱਸੀ ਕਿ ਕਿਵੇਂ ਇੱਕ ਸੁਸਾਈਡ ਕੇਸ ਨੂੰ 302 ਵਿੱਚ ਤਬਦੀਲ ਕਰਕੇ 302 ਦਾ ਪਰਚਾ ਪਾ ਕੇ, ਸਭ ਤੋਂ ਵੱਡਾ ਜੇਕਰ ਅਸੀਂ ਕਹੀਏ ਧਾਰਾ ਮੰਨੀ ਜਾਂਦੀ ਹੈ 302, ਜਿਹਦੇ ਵਿੱਚ ਵਿਅਕਤੀ ਨੂੰ ਫਾਂਸੀ ਤੱਕ ਦੀ ਸਜ਼ਾ ਹੋ ਸਕਦੀ ਹੈ, ਤਾਂ ਅਜਿਹੀ ਧਾਰਾ ਲਗਾ ਦੇਣੀ, ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਤੇ 10 ਸਾਲ ਲੱਗ ਜਾਣੇ, ਕੀਮਤੀ 10 ਸਾਲ ਬਰਬਾਦ ਹੋਣੇ ਜ਼ਿੰਦਗੀ ਦੇ। ਕੌਣ ਉਹ 10 ਸਾਲਾਂ ਦਾ ਮੁਆਵਜ਼ਾ ਇਹਨਾਂ ਨੂੰ ਦੇਵੇਗਾ, ਕੌਣ ਇਹਨਾਂ ਨੂੰ ਇਨਸਾਫ ਦੇਵੇਗਾ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਇੱਕ ਦਰਦ ਭਰੀ ਦਾਸਤਾਨ ਤੁਹਾਨੂੰ ਦੱਸੀ ਹੈ ਵੀਰ ਨੇ, ਅਜਿਹੀ ਦਾਸਤਾਨ ਤੁਹਾਨੂੰ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਸੁਣਨ ਨੂੰ ਮਿਲ ਜਾਵੇਗੀ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ ਟੀਵੀ, ਜਗਰਾਉਂ।